हाँ जी, सत श्री अकाल जी। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮਲੂਕਾ IAS ਪੰਜਾਬੀ ਐਡੀਟੋਰੀਅਲ ਐਨਾਲਿਸਿਸ ਦੀ ਕਲਾਸ ਦੇ ਵਿੱਚ। ਇਸ ਤੋਂ ਪਹਿਲਾਂ ਸਾਡੀਆਂ 2 ਕਲਾਸਿਸ ਹੋ ਚੁੱਕੀਆਂ ਨੇ ਜਿਹਦੇ 'ਚ ਅਸੀਂ 3 ਐਡੀਟੋਰੀਅਲਸ ਡਿਸਕਸ ਕਰ ਚੁੱਕੇ ਹਾਂ ਤੇ ਉਹਨਾਂ ਤੇ ਤੁਹਾਨੂੰ ਕੁਐਸਚਨ ਵੀ ਦਿੱਤੇ ਗਏ ਸੀ। ਕੁਝ ਬੱਚਿਆਂ ਨੇ ਕੁਐਸਚਨ ਲਿਖੇ ਵੀ ਨੇ ਤੇ ਜਿਹੜੇ ਬੱਚੇ ਰਹਿੰਦੇ ਨੇ ਉਹਨਾਂ ਨੂੰ ਮੈਂ ਕਹਿੰਦਾ ਕਿ ਤੁਸੀਂ ਵੀ ਜ਼ਰੂਰ ਕੁਐਸਚਨ ਲਿਖੋ ਤੇ ਸਾਨੂੰ WhatsApp ਜਾਂ Telegram ਕਰੋ ਸੋ ਦੈਟ ਤੁਹਾਨੂੰ ਅਸੀਂ ਆਪਣਾ ਫੀਡਬੈਕ ਦਈਏ, ਤੁਹਾਡੇ ਆਨਸਰਸ ਨੂੰ ਅਸੈਸ ਕਰਕੇ ਤੁਹਾਨੂੰ ਦੱਸੀਏ ਕਿ ਉਹਨਾਂ ਦੇ ਵਿੱਚ ਕੀ ਚੇਂਜਸ ਕਰਨ ਦੀ ਲੋੜ ਹੈ ਤੇ ਕਿੱਥੇ ਤੁਸੀਂ ਇੰਪਰੂਵ ਹੋਰ ਕਰ ਸਕਦੇ ਹੋ। ਠੀਕ ਹੈ ਜੀ। ਸੋ ਉਸੇ ਸੀਰੀਜ਼ ਦੇ ਵਿੱਚ ਜਿਵੇਂ ਆਪਾਂ ਲਾਸਟ ਕਲਾਸ ਦੇ ਵਿੱਚ ਅਸੀਂ ਐਗਰੀਕਲਚਰਲ ਰਿਫਾਰਮਸ ਦੀ ਗੱਲ ਕਰ ਰਹੇ ਸੀ, ਉਹਦੇ ਤੇ ਕੁਝ ਇੱਕ ਆਰਟੀਕਲ ਸੀ ਉਹਦਾ ਐਨਾਲਿਸਿਸ ਕੀਤਾ ਸੀ ਤੇ ਉਸੇ ਤਰ੍ਹਾਂ ਅੱਜ ਦੇ ਜਿਹੜੇ ਸਾਡੇ ਆਰਟੀਕਲਸ ਨੇ ਉਹ ਵੀ ਖੇਤੀਬਾੜੀ ਦੇ ਨਾਲ ਹੀ ਸੰਬੰਧਿਤ ਨੇ। ਸੋ ਇਹਨਾਂ ਦੇ ਵਿੱਚੋਂ ਵੀ ਕੁਝ ਇੰਪੋਰਟੈਂਟ ਪੁਆਇੰਟਸ ਸਾਡੇ ਲਈ ਨਿਕਲ ਕੇ ਆਉਣਗੇ ਜੋ ਅਸੀਂ ਸਾਡੇ ਪੇਪਰ ਦੇ ਵਿੱਚ ਲਿਖ ਸਕਦੇ ਹਾਂ, ਚਾਹੇ ਤੁਸੀਂ UPSC ਲਈ ਪ੍ਰਪੇਅਰ ਕਰ ਰਹੇ ਹੋ ਔਰ ਯੂ ਆਰ ਪ੍ਰਪੇਅਰਿੰਗ ਫॉर ਸਟੇਟ PCS। ਇਹ ਜੋ ਐਗਰੀਕਲਚਰ ਦੇ ਨਾਲ ਰਿਲੇਟਡ ਮੁੱਦੇ ਨੇ ਇਹ ਸਾਰੇ ਦੋਨੋਂ ਪੇਪਰਸ ਦੇ ਲਈ ਬਹੁਤ ਇੰਪੋਰਟੈਂਟ ਨੇ। ਸੋ ਜਿਹੜਾ ਸਾਡਾ ਫਸਟ ਅੱਜ ਦਾ ਆਰਟੀਕਲ ਹੈ ਜੀ ਉਹ ਕਹਿੰਦਾ ਖੇਤੀ ਵਿੱਚ ਮੁਨਾਫੇ ਲਈ ਸਿਖਲਾਈ ਕੇਂਦਰਾਂ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ। ਮਤਲਬ ਇਹ ਗੱਲ ਇਹਦੇ 'ਚ ਕਹਿ ਲਓ ਵੀ ਖੇਤੀ ਪੈਦਾਵਾਰ ਦੀ ਗੱਲ ਨਹੀਂ ਕਰ ਰਿਹਾ ਵੀ ਪੈਦਾਵਾਰ ਕਿਵੇਂ ਵਧਾਉਣੀ ਆ ਜਾਂ ਸਾਨੂੰ ਕੀ ਇਹਦੇ 'ਚ ਕਿਹੜੀਆਂ ਫਸਲਾਂ ਲੈ ਕੇ ਆਉਣੀਆਂ ਚਾਹੀਦੀਆਂ ਨੇ। ਇਹ ਗੱਲ ਕਰ ਰਿਹਾ ਸਿਖਲਾਈ ਦੀ। ਮਤਲਬ ਸਿਖਲਾਈ ਕੇਂਦਰ ਨੇ ਜਿਹੜੇ ਕਿਸਾਨਾਂ ਨੂੰ ਸਿਖਲਾਈ ਪ੍ਰੋਵਾਈਡ ਕਰ ਰਹੇ ਨੇ, ਸਿਖਲਾਈ ਦੇ ਰਹੇ ਨੇ, ਉਹਨਾਂ ਦੇ ਵਿੱਚ ਅਸੀਂ ਕਿਵੇਂ ਨਵੇਂ ਸੁਧਾਰ ਕਰ ਸਕਦੇ ਹਾਂ ਜਾਂ ਉਹਨਾਂ ਦੇ ਵਿੱਚ ਸਾਨੂੰ ਕਿਹੜੇ ਹੋਰ ਸੁਧਾਰ ਕਰਕੇ ਸਾਨੂੰ ਕਿਸਾਨਾਂ ਨੂੰ ਵਧੀਆ ਤਰੀਕੇ ਨਾਲ ਸਿਖਲਾਈ ਦੇਣੀ ਚਾਹੀਦੀ ਹੈ ਤਾਂ ਕਿ ਸਾਡੀ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕੇ। ਠੀਕ ਹੈ ਜੀ। ਇਹਦੇ ਵਿੱਚੋਂ ਜੋ ਸਾਡੇ ਲਈ ਇੰਪੋਰਟੈਂਟ ਆਪਾਂ ਉਹੀ ਡਿਸਕਸ ਕਰਾਂਗੇ, ਪੂਰਾ ਆਰਟੀਕਲ ਨਹੀਂ ਪੜਾਂਗੇ। ਸਭ ਤੋਂ ਪਹਿਲਾਂ ਗੱਲ ਕਰ ਰਹੇ ਨੇ ਅੱਜ ਕਾਫੀ ਬੁੱਧੀਜੀਵੀ ਖਾਸ ਕਰਕੇ ਨੀਤੀ ਘਾੜੇ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਜੇਕਰ ਖੇਤੀ ਨੂੰ ਲਾਹੇਵੰਦ ਬਣਾਉਣਾ ਹੈ ਤਾਂ ਇਸ ਨੂੰ ਸਹਿਕਾਰੀ ਸਭਾਵਾਂ ਕੋਆਪਰੇਟਿਵ ਸੁਸਾਇਟੀਜ਼ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸਹਿਕਾਰੀ ਸਭਾਵਾਂ ਦੀ ਤਰ੍ਹਾਂ ਚਲਾਉਣਾ ਪਵੇਗਾ। ਮਤਲਬ ਪਹਿਲਾ ਰਿਫਾਰਮ ਸਾਡੇ ਕੋਲੇ ਹੋ ਗਿਆ ਜਦੋਂ ਅਸੀਂ ਰਿਫਾਰਮਸ ਦੀ ਗੱਲ ਕਰਦੇ ਹਾਂ ਕਿ ਖੇਤੀ ਨੂੰ ਅਸੀਂ ਸਹਿਕਾਰੀ ਸਭਾਵਾਂ ਦੇ ਰੂਪ 'ਚ ਵੀ ਚਲਾ ਸਕਦੇ ਹਾਂ, ਕੋਆਪਰੇਟਿਵ ਸੁਸਾਇਟੀਜ਼ ਦੇ ਫਾਰਮ ਦੇ ਵਿੱਚ ਵੀ ਉਹਨਾਂ ਨੂੰ ਰਨ ਕਰ ਸਕਦੇ ਹਾਂ। ਉਹਦੇ ਸਾਨੂੰ ਕੀ ਫਾਇਦੇ ਹੋਣਗੇ ਜੀ ਜਾਂ ਸਾਨੂੰ ਕਾਰਨ ਕੀ ਨੇ ਜਿਨ੍ਹਾਂ ਕਾਰਨਾਂ ਕਰਕੇ ਸਹਿਕਾਰੀ ਸਭਾਵਾਂ ਦੀ ਤਰ੍ਹਾਂ ਸਾਨੂੰ ਚਲਾਉਣ ਦੀ ਲੋੜ ਆ। ਪਹਿਲਾ ਕਾਰਨ ਹੈ ਜੀ ਜ਼ਮੀਨਾਂ ਛੋਟੀਆਂ ਹੋ ਰਹੀਆਂ ਨੇ ਜਾਂ ਜ਼ਮੀਨਾਂ ਘਟ ਰਹੀਆਂ ਨੇ। ਕਿਉਂਕਿ ਫੈਮਿਲੀ ਜਿਵੇਂ ਕਹਿ ਲਓ ਪਰਿਵਾਰ ਵੱਡਾ ਹੋਈ ਜਾਂਦਾ, ਅੱਡੋ ਅੱਡ ਉਹਨਾਂ ਦੇ ਵਿੱਚ ਡਿਵੀਜ਼ਨਸ ਆਉਂਦੀਆਂ ਨੇ ਤਾਂ ਉਹਦੇ ਨਾਲ ਜੋ ਲੈਂਡ ਆ ਉਹਦੀ ਫਰੈਗਮੈਂਟੇਸ਼ਨ ਹੁੰਦੀ ਆ, ਉਹ 2 ਭਰਾਵਾਂ ਦੇ ਵਿੱਚ ਅੱਗੇ ਗਾਹਾਂ ਉਹਨਾਂ ਦੇ ਪਰਿਵਾਰਾਂ 'ਚ ਵੰਡੀ ਜਾਂਦੀ ਹੈ ਜਿਹਦੇ ਨਾਲ ਛੋਟੇ ਕਿਸਾਨਾਂ ਦਾ ਨੰਬਰ ਵੱਧ ਰਿਹਾ। ਤੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਇਹਨਾਂ ਨੇ ਵੀ ਕਿਹਾ ਕਿਉਂਕਿ ਜ਼ਮੀਨਾਂ ਘਟਦੀਆਂ ਜਾਂਦੀਆਂ ਹਨ, ਮਸ਼ੀਨਰੀ ਅਤੇ ਹੋਰ ਲੋੜੀਂਦਾ ਸਮਾਨ ਮਹਿੰਗੇ ਹੋ ਰਹੇ ਹਨ। ਕਿਉਂ ਮਹਿੰਗੇ ਹੋ ਰਹੇ ਹਨ? ਜਿਵੇਂ ਵੀ ਆਪਾਂ ਗੱਲ ਕਰੀਏ ਕੋਈ 2 ਕਿੱਲਿਆਂ ਵਾਲਾ ਕਿਸਾਨ ਆ, ਉਹਦੇ ਕੋਲੇ 2 ਕਿੱਲੇ ਉਹਨੇ ਖੇਤੀ ਦੇ ਕਰਨੇ ਨੇ, ਪਰ ਜੇ ਉਹਨੂੰ ਖੇਤੀ ਕਰਨ ਦੇ ਲਈ ਟਰੈਕਟਰ ਚਾਹੀਦਾ ਤਾਂ ਘੱਟੋ ਘੱਟ 5-7 ਲੱਖ ਰੁਪਏ ਦਾ ਹੋਊਗਾ ਤਾਂ ਉਹਨੂੰ ਟਰੈਕਟਰ ਲੈਣਾ ਬਹੁਤ ਉਹਦੇ ਲਈ ਲਾਹੇਵੰਦ ਨਹੀਂ ਹੈ, ਬਹੁਤ ਫਾਇਦੇ ਵਾਲੀ ਗੱਲ ਨਹੀਂ ਹੈ ਉਹਦੇ ਲਈ। ਤੇ ਨਾ ਹੀ ਉਹਦੀ ਉਨੀ ਕੈਪੈਸਿਟੀ ਹੋਣੀ ਹੈ ਕਿ ਉਹ 2 ਕਿੱਲਿਆਂ ਦੀ ਖੇਤੀ ਦੇ ਵਿੱਚੋਂ ਇੰਨੇ ਪੈਸੇ ਕਮਾ ਸਕੇ ਕਿ 5 ਜਾਂ 7 ਲੱਖ ਰੁਪਏ ਦਾ ਟਰੈਕਟਰ ਉਹ ਅਫੋਰਡ ਕਰ ਸਕੇ। ਠੀਕ ਹੈ ਜੀ। ਪਲੱਸ ਜਿਹੜਾ ਹੋਰ ਇਨਪੁਟ ਚਾਹੀਦਾ, ਚਾਹੇ ਰੇਹ ਨੇ, ਚਾਹੇ ਬੀ ਨੇ ਜਾਂ ਹੋਰ ਜਿਹੜੇ ਖਰਚੇ ਨੇ, ਉਹਨਾਂ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਉਹ 2 ਕਿੱਲਿਆਂ ਵਾਲੇ ਕਿਸਾਨ ਦੇ ਵਿੱਚ ਨਹੀਂ ਹੈ। ਜਿੱਥੇ ਸਾਡੇ ਕੋਲੇ ਕੋਆਪਰੇਟਿਵ ਸੁਸਾਇਟੀਜ਼ ਵਾਲਾ ਮਾਡਲ ਆ, ਜਿਹੜਾ ਸਹਿਕਾਰੀ ਸਭਾਵਾਂ ਵਾਲਾ ਮਾਡਲ ਸਾਡੇ ਕੰਮ ਆਊਗਾ। ਉਹਦੇ 'ਚ ਕੀ ਹੁੰਦਾ, ਇਕੱਠੇ ਹੋਣ। ਕੋਆਪਰੇਟਿਵ ਦਾ ਮਤਲਬ ਹੁੰਦਾ ਇਕੱਠੇ ਹੋ ਕੇ, ਹੈ ਨਾ, ਵੀ ਜਦੋਂ ਛੋਟੇ ਕਿਸਾਨ ਨੇ ਜਿਹੜੇ ਇਕੱਠੇ ਹੋ ਕੇ ਕੰਮ ਕਰਨਗੇ ਤਾਂ ਉਹ ਵੱਡੇ ਕਿਸਾਨ ਦਾ ਰੂਪ ਲੈ ਲੈਣਗੇ। ਮਤਲਬ ਕਿ 2-2 ਕਿੱਲੇ ਵਾਲੇ ਜੇ 5 ਕਿਸਾਨ ਇਕੱਠੇ ਹੋ ਕੇ ਕੰਮ ਕਰਨਗੇ ਤਾਂ ਉਹਨਾਂ ਦਾ ਜੋ ਟੋਟਲ ਆ ਜ਼ਮੀਨ ਉਹ 10 ਕਿੱਲੇ ਬਣ ਜੂ ਤੇ ਉਹਨਾਂ ਦੀ ਜਿਹੜੀ ਇਨਪੁਟ ਖਰੀਦਣ ਦੀ ਸਮਰੱਥਾ ਉਹ ਵੀ ਵੱਧ ਜੂ। ਕਿਉਂਕਿ ਪਹਿਲਾਂ ਇੱਕ ਕਿਸਾਨ ਨੇ 5 ਲੱਖ ਜਾਂ 7 ਲੱਖ ਦਾ ਟਰੈਕਟਰ ਲੈਣਾ ਸੀ, ਉਹਦੇ ਇਕੱਲੇ ਦੇ ਜੇਬ 'ਚ ਉਹਨੇ ਪੈਸੇ ਜਾਣੇ ਸੀ। ਹੁਣ ਜੇ 5 ਕਿਸਾਨ ਰਲ ਕੇ ਇੱਕ ਟਰੈਕਟਰ ਲੈਣਗੇ ਤਾਂ ਉਹਨਾਂ ਨੂੰ ਜੇ 5 ਲੱਖ ਦਾ ਤਾਂ ਲੱਖ ਰੁਪਈਆ ਆਉਣਾ, ਜੇ ਜਿਵੇਂ 7 ਲੱਖ ਦਾ ਤਾਂ 1.5 ਲੱਖ ਰੁਪਈਆ ਉਹਨਾਂ ਨੂੰ ਆ ਜਾਣਾ। ਠੀਕ ਹੈ ਜੀ। 7-7.5 ਲੱਖ ਦਾ ਤਾਂ ਮਤਲਬ ਕਿ ਉਹਨਾਂ ਦਾ ਉਹ ਚੀਜ਼ਾਂ ਖਰੀਦਣ ਦੀ ਸਮਰੱਥਾ ਉਹਦੇ ਨਾਲ ਵਧੂਗੀ। ਕਾਹਦੇ ਨਾਲ? ਕੋਆਪਰੇਟਿਵ ਫਾਰਮਿੰਗ ਦੇ ਨਾਲ, ਜਾਂ ਜਿਹਨੂੰ ਸਹਿਕਾਰੀ ਸਭਾਵਾਂ ਵਾਲਾ ਮਾਡਲ ਕਹਿ ਦਿੰਦੇ ਅਸੀਂ। ਇਕੱਠੇ ਹੋਣ ਦਾ ਇੱਕ ਫਾਇਦਾ ਹੈ ਕਿ ਜਿਹੜੀ ਚੀਜ਼ ਅਸੀਂ ਖਰੀਦਣੀ ਹੈ ਉਹ ਸਾਨੂੰ ਸਸਤੀ ਮਿਲੇਗੀ ਅਤੇ ਜਿਹੜੀ ਚੀਜ਼ ਵੇਚਣੀ ਹੈ ਉਸ ਦਾ ਮੁੱਲ ਜ਼ਿਆਦਾ ਮਿਲੇਗਾ। ਵੇਚਣ ਤੋਂ ਭਾਵ ਹੈ ਵੀ ਜਦੋਂ ਸਾਡੀ ਜਿਹੜੀ ਅਸੀਂ ਪੈਦਾਵਾਰ ਕੀਤੀ ਆ ਖੇਤ 'ਚੋਂ ਉਹਦਾ ਜਿਹੜਾ ਮੁੱਲ ਆ ਸਾਨੂੰ ਉਹ ਵੀ ਜ਼ਿਆਦਾ ਮਿਲੂ। ਕਿਵੇਂ ਜ਼ਿਆਦਾ ਮਿਲੂ? ਮੰਨ ਲਓ ਇੱਕ 2 ਕਿੱਲਿਆਂ ਦੇ 2 ਕਿੱਲੇ ਜ਼ਮੀਨ ਵਾਲਾ ਕਿਸਾਨ ਆ ਜਿਹੜਾ ਉਹ ਸਰੋਂ ਦੀ ਖੇਤੀ ਕਰ ਰਿਹਾ। ਠੀਕ ਹੈ ਜੀ। 2 ਕਿੱਲਿਆਂ 'ਚੋਂ ਮੰਨ ਲਓ 4 ਕੁਇੰਟਲ ਸਰੋਂ ਲੈ ਕੇ ਮੰਡੀ 'ਚ ਗਿਆ ਉਹ ਵੇਚਣ ਵਾਸਤੇ ਤੇ ਉਹਦੇ ਨਾਲ ਹੀ ਜਿੱਥੇ ਜਾ ਕੇ ਉਹਨੇ ਵੇਚਣਾ ਉਹਦੇ ਨਾਲ ਇੱਕ ਦੂਸਰਾ ਢੇਰ ਲੱਗਿਆ 50 ਕਿੱਲਿਆਂ ਵਾਲੇ ਕਿਸਾਨ ਦਾ। ਉਹਨੇ 50 ਕਿੱਲਿਆਂ ਦੇ ਵਿੱਚੋਂ ਸਰੋਂ ਲਿਆ ਕੇ 100-125 ਕੁਇੰਟਲ ਸਰੋਂ ਉੱਥੇ ਪਈ ਆ ਉਹਦੀ। ਤਾਂ ਜਿਹੜਾ ਖਰੀਦਦਾਰ ਹੋਊ, ਜਿਹੜਾ ਆੜ੍ਹਤੀਆ ਹੋਊ, ਉਹ ਪਹਿਲਾਂ ਉਹ ਪਹਿਲ ਦਊਗਾ 50 ਕਿੱਲੇ ਵਾਲੇ ਕਿਸਾਨ ਨੂੰ। ਕਿਉਂਕਿ ਉਹਨੂੰ ਇੱਕ ਥਾਂ ਤੇ ਜ਼ਿਆਦਾ ਸਮਾਨ ਇਕੱਠਾ ਮਿਲ ਰਿਹਾ
ਤਾਂ ਉਹਨੂੰ ਰੇਟ ਵੀ ਵਧੀਆ ਮਿਲੂ। ਪਰ ਦੂਜਾ ਜਿਹੜਾ 2 ਕਿੱਲਿਆਂ ਵਾਲਾ ਕਿਸਾਨ ਆ ਉਹਨੂੰ ਹੋ ਸਕਦਾ ਉੱਥੇ 5-7 ਦਿਨ ਬਹਿ ਕੇ ਆਪਣੀ ਵਾਰੀ ਉਡੀਕਣੀ ਪਵੇ, ਜਿਹਦੇ ਨਾਲ ਕੀ ਹੋਣਾ 5-7 ਦਿਨਾਂ ਦੇ ਵਿੱਚ ਉਹਦੀ ਜਿਹੜੀ ਫਸਲ ਆ ਉਹਦਾ ਜਿਹੜਾ ਮੁੱਲ ਆ ਹੋਰ ਘਟ ਜਾਣਾ, ਉਹਦੀ ਕੁਆਲਿਟੀ ਵੀ ਘਟ ਜਾਣੀ, ਉਹਦੀ ਕੁਆਂਟੀਟੀ ਤੇ ਵੀ ਅਸਰ ਪੈਣਾ। ਸੋ ਇੱਥੇ ਉਹਨਾਂ ਨੂੰ ਨੁਕਸਾਨ ਹੁੰਦਾ। ਪਰ ਜੇ ਉਹੀ 5 ਕਿਸਾਨ 2-2 ਕਿੱਲਿਆਂ ਲਈ ਇਕੱਠੇ ਹੋ ਕੇ ਉੱਥੇ ਗਏ ਨੇ 10 ਕਿੱਲਿਆਂ ਦਾ ਇਕੱਠਾ ਝਾੜ ਲੈ ਕੇ ਮੰਡੀ 'ਚ ਵੇਚਣ ਜਾਣਗੇ ਤਾਂ ਉਹਨਾਂ ਨੂੰ ਫਾਇਦਾ ਹੋਣਾ, ਠੀਕ ਹੈ ਜੀ, ਉਹਨਾਂ ਨੂੰ ਜ਼ਿਆਦਾ ਮੁੱਲ ਮਿਲ ਜੂਗਾ। ਫਿਰ ਇੱਕ ਮੁੱਦਾ ਸਾਡੇ ਕੋਲ ਹੋ ਗਿਆ ਸਹਿਕਾਰੀ ਸਭਾਵਾਂ ਵਾਲਾ। ਇਹਦੇ ਸਾਨੂੰ ਕੀ ਫਾਇਦੇ ਨੇ ਵੀ ਇਨਪੁਟਸ ਲੈਣੀਆਂ ਉਹਨਾਂ ਲਈ ਸੌਖੀਆਂ ਹੋ ਜਾਣਗੀਆਂ, ਪਲੱਸ ਜਿਹੜੀ ਆਪਣੀ ਪੈਦਾਵਾਰ ਆ, ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਆ, ਜਿਹੜਾ ਉਹਨਾਂ ਦਾ ਜਿਹੜੇ ਉਹਨਾਂ ਨੇ ਅਨਾਜ ਪੈਦਾ ਕੀਤਾ ਉਹਨੂੰ ਵੇਚਣਾ, ਉਹਨੂੰ ਵਧੀਆ ਮੁੱਲ ਤੇ ਵੇਚਣਾ ਉਹਨਾਂ ਲਈ ਸੌਖਾ ਹੋ ਜੂ। ਇਹ ਉਹਨਾਂ ਦੇ ਫਾਇਦੇ ਹੋ ਗਏ। ਫਿਰ ਆਪਾਂ ਗੱਲ ਕਰਦੇ ਹਾਂ ਇਸ ਵਿੱਚ, ਇਸ ਤੋਂ ਅੱਗੇ ਵੀ ਗੱਲ ਆਉਂਦੀ ਹੈ ਕਿ ਕਿਉਂ ਨਹੀਂ ਇਹਨਾਂ ਨੂੰ ਨਿਰਮਾਤਾ ਸੰਗਠਨ, ਜਿਹਨੂੰ ਅਸੀਂ ਪ੍ਰੋਡਿਊਸਰ ਆਰਗੇਨਾਈਜੇਸ਼ਨ ਕਹਿੰਦੇ ਨੇ ਆ, ਵਾਂਗ ਚਲਾਇਆ ਜਾਵੇ। ਪਹਿਲਾ ਮਾਡਲ ਸਾਡੇ ਕੋਲ ਹੋ ਗਿਆ, ਪਹਿਲੀ ਜਿਹੜੀ ਰਿਫਾਰਮ ਹੋਊਗੀ ਕੋਆਪਰੇਟਿਵ ਸੁਸਾਇਟੀਜ਼ ਵਾਲਾ ਮਾਡਲ। ਸੈਕੰਡ ਸਾਡੇ ਕੋਲ ਹੋ ਗਿਆ ਜੀ ਪ੍ਰੋਡਿਊਸਰ ਨਿਰਮਾਤਾ ਸੰਗਠਨ, ਠੀਕ ਹੈ ਜੀ, ਵੈਰੀ ਇੰਪੋਰਟੈਂਟ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਆ ਪ੍ਰੋਡਿਊਸਰ ਆਰਗੇਨਾਈਜੇਸ਼ਨਸ। ਉਹਨਾਂ ਦੇ ਵਾਂਗ ਵੀ ਅਸੀਂ ਖੇਤੀ ਨੂੰ ਚਲਾ ਸਕਦੇ ਹਾਂ। ਉਹਦੇ 'ਚ ਕੀ ਹੋਊਗਾ, ਦਰਅਸਲ ਜਿਹੜੇ ਸਾਡੇ ਪ੍ਰੋਡਿਊਸਰ ਆਰਗੇਨਾਈਜੇਸ਼ਨ ਨੇ ਉਹ ਕੀ ਹੁੰਦੀਆਂ ਨੇ, ਜਿਵੇਂ ਇਹਦੇ ਨਾਂ ਸਾਨੂੰ ਦੱਸ ਰਿਹਾ ਪ੍ਰੋਡਿਊਸਰ ਆਰਗੇਨਾਈਜੇਸ਼ਨ, ਕੋਈ ਚੀਜ਼ ਨੂੰ ਕੋਈ ਬਣਾਉਣ ਵਾਲੇ ਨੇ, ਜਿਹੜੇ ਪੈਦਾ ਕਰਨ ਵਾਲੇ ਨੇ, ਉਹ ਚਾਹੇ ਜੇ ਕੋਈ ਫਸਲ ਉਗਾ ਰਿਹਾ ਤਾਂ ਉਹ ਕਿਸਾਨ ਹੋ ਗਏ, ਜੇ ਕੋਈ ਜਿਵੇਂ ਕਹਿ ਲਓ ਆਪਣੇ ਘਰ 'ਚ ਕੋਈ ਚੀਜ਼ ਬਣਾ ਰਿਹਾ, ਕੋਈ ਹੱਥਾਂ ਦੇ ਨਾਲ ਕਿਸੇ ਚੀਜ਼ ਦੀ ਜਿਵੇਂ ਕਹਿ ਲਓ ਦਰੀਆਂ ਨੇ, ਚਾਦਰਾਂ ਨੇ, ਜਾਂ ਕੋਈ ਹੋਰ ਇੱਦਾਂ ਦਾ ਟੈਕਸਟਾਈਲ ਵਾਲਾ ਕੰਮ ਕਰ ਰਿਹਾ ਤਾਂ ਉਹ ਟੈਕਸਟਾਈਲ ਸੈਕਟਰ ਦੇ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੋ ਗਏ। ਉਸੇ ਤਰ੍ਹਾਂ ਜੇ ਕੋਈ ਕਹਿ ਲਓ ਵੀ ਜਿਵੇਂ ਮੈਂ ਕਹਿ ਲਾਂ ਵੀ ਅਸੀਂ 5-7 ਘਰ ਇਕੱਠੇ ਹੋ ਕੇ ਸਾਡੇ ਕੋਲੇ ਮੱਝਾਂ ਰੱਖੀਆਂ ਨੇ, ਤਾਂ ਅਸੀਂ ਇਕੱਠੇ ਹੋ ਕੇ ਇੱਕ ਦੁੱਧ ਜਿਹੜਾ ਜਿੰਨਾ ਸਾਡਾ ਦੁੱਧ ਅਸੀਂ ਮੱਝਾਂ ਤੋਂ ਚੋਂਦੇ ਆ ਉਹਨੂੰ ਇਕੱਠੇ ਹੋ ਕੇ ਅਸੀਂ ਵੇਚਾਂਗੇ, ਆਪਣੀ ਡੈਰੀ ਚਲਾ ਲਾਂਗੇ, ਤਾਂ ਉਹ ਇੱਕ ਮਿਲਕ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੋਗੀ, ਠੀਕ ਹੈ ਜੀ। ਇਸੇ ਤਰ੍ਹਾਂ ਮਤਲਬ ਕਿ ਦਰਅਸਲ ਪ੍ਰੋਡਿਊਸਰ ਆਰਗੇਨਾਈਜੇਸ਼ਨ ਦਾ ਮਤਲਬ ਹੈ ਕਿਸੇ ਵੀ ਵਸਤੂ ਦੀ ਪੈਦਾਵਾਰ ਕਰਨ ਵਾਲੇ ਜਿਨ੍ਹਾਂ ਦੇ ਵਿਚਾਰ ਮਿਲਦੇ ਹੋਣ ਉਹ ਇੱਕ ਸੰਸਥਾ ਬਣਾ ਲੈਣ, ਉਹ ਹੁੰਦੀ ਆ ਪ੍ਰੋਡਿਊਸਰ ਆਰਗੇਨਾਈਜੇਸ਼ਨ। ਤੇ ਜਦੋਂ ਇਹ ਖੇਤੀ 'ਚ ਕੰਮ ਕਰਦੀ ਆ ਤਾਂ ਇਹਨੂੰ ਅਸੀਂ ਕਹਿ ਦਿੰਦੇ ਆ ਕਿਸਾਨ ਨਿਰਮਾਤਾ ਆਰਗੇਨਾਈਜੇਸ਼ਨ ਜਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਠੀਕ ਹੈ ਜੀ। ਇਹਦੇ 'ਚ ਆਪਣੇ ਕੋਲੇ ਬਹੁਤ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਇਹ ਫਸਲਾਂ ਵਾਲੇ ਵੀ ਹੋ ਸਕਦੇ ਨੇ, ਇਹ ਫਲਾਂ ਵਾਲੇ ਵੀ ਹੋ ਸਕਦੇ ਨੇ, ਦੈਨ ਆਪਣੇ ਕੋਲੇ ਸਬਜ਼ੀਆਂ ਦੁੱਧ ਪੈਦਾ ਕਰਨ ਵਾਲੇ ਹੋ ਸਕਦੇ ਨੇ, ਜਾਂ ਖਾਦੀ ਦਾ ਕੱਪੜਾ ਬਣਾਉਣ ਵਾਲੇ ਹੋ ਸਕਦੇ ਨੇ, ਕਢਾਈ ਸਿਲਾਈ ਕਰਨ ਵਾਲੇ ਹੋ ਸਕਦੇ ਨੇ, ਇਸ ਤਰ੍ਹਾਂ ਹੋ ਸਕਦੇ ਨੇ। ਤੇ ਜਦੋਂ ਅਸੀਂ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਸਾਡੇ ਦੱਖਣ ਭਾਰਤ, ਸਾਊਥ ਇੰਡੀਆ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ, ਜਾਂ ਗੁਜਰਾਤ ਦੇ ਵਿੱਚ ਵੀ ਜਿਵੇਂ ਕਹਿ ਲਓ ਆਪਾਂ ਅਮੂਲ ਹੈ, ਅਮੂਲ ਨਾ ਇੱਕ ਕਿੱਡਾ ਵੱਡਾ ਬ੍ਰਾਂਡ ਹੈ, ਕੋਆਪਰੇਟਿਵ, ਉਹ ਇੱਕ ਕੋਆਪਰੇਟਿਵ ਹੈ, ਵੈਸੇ ਕੋਆਪਰੇਟਿਵ ਸੁਸਾਇਟੀ ਆ। ਉਸੇ ਤਰ੍ਹਾਂ ਜਿਵੇਂ ਕਹਿ ਲਓ ਹੋਰ ਉੱਥੇ ਗੁਜਰਾਤ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਜਾਂ ਸਾਊਥ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ, ਠੀਕ ਹੈ ਜੀ। ਬਟ ਜਦੋਂ ਅਸੀਂ ਨਾਰਥ ਇੰਡੀਆ ਦੀ ਗੱਲ ਕਰਦੇ ਹਾਂ ਜਾਂ ਉੱਤਰ ਭਾਰਤ ਜਿਵੇਂ ਸਾਡਾ ਪੰਜਾਬ ਹੋ ਗਿਆ, ਇੱਥੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦਾ ਨੰਬਰ ਬਹੁਤ ਘੱਟ ਆ। ਇੱਥੇ ਜਿਹੜਾ ਮਾਡਲ ਚੱਲ ਰਿਹਾ ਉਹ ਜ਼ਿਆਦਾ ਕੋਆਪਰੇਟਿਵ ਵਾਲਾ ਵੀ ਉਹਦਾ ਸਕਸੈਸਫੁਲੀ ਇੰਪਲੀਮੈਂਟਡ ਇੱਥੇ ਨਹੀਂ ਹੋਇਆ ਪਿਆ। ਬਟ ਇੱਥੇ ਮਤਲਬ ਕਿ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦਾ ਬਿਲਕੁਲ ਹੀ ਨਹੀਂ ਹੈ, ਕੋਆਪਰੇਟਿਵ ਸੁਸਾਇਟੀਜ਼ ਦਾ ਥੋੜ੍ਹਾ ਬਹੁਤ ਰੋਲ ਇੱਥੇ ਹੈਗਾ। ਬਟ ਜਿਹੜਾ ਕੋਆਪਰੇਟਿਵ ਸੁਸਾਇਟੀਜ਼ ਵਾਲਾ ਰੋਲ ਸਾਡੇ ਹੈਗਾ ਉਹ ਸਿਰਫ ਕਾਹਦੇ ਤੱਕ ਸੀਮਤ ਆ, ਉਹ ਸਿਰਫ ਸੀਮਤ ਆ ਜੀ ਇਨਪੁਟ ਦੇਣ ਤੱਕ। ਉਹ ਸਾਨੂੰ ਜਾਂ ਤਾਂ ਟਰੈਕਟਰ ਦੇ ਦੇਣਗੇ, ਜਿਹੜੀਆਂ ਸਾਡੀਆਂ ਸਰਕਾਰੀ ਕੋਆਪਰੇਟਿਵ ਸੁਸਾਇਟੀਜ਼ ਨੇ, ਹੈ ਨਾ, ਉਹਨਾਂ ਦੇ ਵਿੱਚ ਕੀ ਹੁੰਦਾ ਵੀ ਪਿੰਡਾਂ ਦੇ ਵਿੱਚ ਜਿਵੇਂ ਕੋਆਪਰੇਟਿਵ ਸੁਸਾਇਟੀਜ਼ ਬਣੀਆਂ ਹੋਈਆਂ ਨੇ, ਉੱਥੇ ਜਿਹੜੇ ਟਰੈਕਟਰ ਹੋ ਗਏ, ਮਸ਼ੀਨਰੀ ਜਾਂ ਹੋਰ ਹਲ ਹੋ ਗਏ, ਤਵੀਆਂ ਹੋ ਗਈਆਂ, ਰੋਟਾਵੇਟਰ ਹੋ ਗਏ, ਉਹ ਚੀਜ਼ਾਂ ਸਾਨੂੰ ਦੇ ਦਿੰਦੇ ਨੇ। ਜਾਂ ਜਿਹੜਾ ਸਾਡੀਆਂ ਖਾਦਾਂ ਨੇ, ਸਪਰੇਹਾਂ, ਰੇਹ ਤੇ ਖਾਦ ਹੋ ਗਈ, ਉਹ ਸਾਨੂੰ ਦੇ ਦਿੰਦੇ ਨੇ। ਜਾਂ ਥੋੜ੍ਹਾ ਬਹੁਤ ਉਹ ਕ੍ਰੈਡਿਟ ਜਿਹੜਾ ਸਾਨੂੰ ਉਧਾਰ ਆ ਉਹ ਵੀ ਦੇ ਦਿੰਦੇ ਨੇ ਉਹ, ਠੀਕ ਹੈ ਜੀ। ਬਟ ਇਹਦੇ ਤੋਂ ਬਿਨਾਂ ਉਹਨਾਂ ਦਾ ਕੋਈ ਹੋਰ ਜ਼ਿਆਦਾ ਰੋਲ ਨਹੀਂ ਹੈ। ਇਹਨਾਂ ਸਭਾਵਾਂ ਦਾ ਵਿਚਾਰ ਵਧੀਆ ਹੈ, ਪਰ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਨੇ ਇਹਨਾਂ ਦੇ ਵਿੱਚ ਕੀ ਕਮੀਆਂ ਨੇ, ਜਾਂ ਇਹਨਾਂ ਨੂੰ ਰਿਪਲੇਸ ਕਰਕੇ ਸਾਨੂੰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਲੈ ਕੇ ਆਉਣ ਦੀ ਕੀ ਲੋੜ ਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਬਾਏ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਆਰ ਮੋਰ suitable ਜਾਂ more beneficial to be implemented in to bring new farm reforms as compared to cooperative societies। ਜਾਂ ਕਹਿ ਲਓ ਐਗਰੀਕਲਚਰਲ ਸੈਕਟਰ ਦੇ ਸਲੋ ਡਾਊਨ ਨੂੰ ਸੋਲਵ ਕਰਨ ਦੇ ਵਿੱਚ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦਾ ਜਿਹੜਾ ਰੋਲ ਆ ਉਹ ਕੋਆਪਰੇਟਿਵ ਸੁਸਾਇਟੀਜ਼ ਨਾਲੋਂ ਜ਼ਿਆਦਾ ਵਧੀਆ ਹੈਗਾ, ਕਿਉਂ? ਇਹ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ। ਸੋ ਹੁਣ ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ। ਪਹਿਲਾਂ ਤਾਂ ਗੱਲ ਕਰਾਂਗੇ ਵੀ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਕੀ ਕਮੀਆਂ ਨੇ, ਫਿਰ ਆਪਾਂ ਗੱਲ ਕਰਾਂਗੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਵਿੱਚ ਕੀ ਉਹਦੇ ਸਾਨੂੰ ਕੀ ਹੋਰ ਜ਼ਿਆਦਾ ਲਾਭ ਨੇ। ਜਿਵੇਂ ਆਪਾਂ ਕੋਆਪਰੇਟਿਵ ਸੁਸਾਇਟੀਜ਼ ਦੀ ਗੱਲ ਕਰਦੇ ਹਾਂ ਕਿ ਇਹਨਾਂ ਨੇ ਅੱਧਾ ਕੰਮ ਕੀਤਾ ਹੈ, ਉਹ ਕੀ ਹੈ, ਭਾਵ ਖੇਤੀ ਜ਼ਰੂਰਤ ਦੀਆਂ ਵਸਤੂਆਂ ਖਰੀਦ ਕੇ ਦਿੱਤੀਆਂ ਨੇ, ਪਰ ਉਪਜ ਦੇ ਮੰਡੀਕਰਨ ਵਿੱਚ ਇਹਨਾਂ ਦਾ ਕੋਈ ਯੋਗਦਾਨ ਨਹੀਂ ਹੈ। ਇਹਨਾਂ ਦਾ ਜਿਹੜਾ ਕੰਮ ਆ ਉਹ ਸਿਰਫ ਸਾਡੇ ਉਪਜ ਦੇ ਜਿਹੜੇ ਸਾਨੂੰ ਸੰਦ ਨੇ ਉਹਨਾਂ ਦੇ ਵਿੱਚ, ਜਾਂ ਕਹਿ ਲਓ ਵੀ ਸਾਡੀ ਖੇਤੀ ਜ਼ਰੂਰਤ ਦੀਆਂ ਵਸਤੂਆਂ ਨੇ ਜਿਹੜੇ ਸੰਦ ਨੇ ਉਹਨਾਂ ਤੱਕ ਹੀ ਸੀਮਤ ਆ। ਟਰੈਕਟਰ ਹੋ ਗਿਆ, ਮਸ਼ੀਨਰੀ ਹੋ ਗਈ, ਉਹ ਦੇਣ ਤੱਕ, ਜਾਂ ਰਿਹਾ
ਤੇ ਖਾਦਾਂ ਹੋ ਗਈਆਂ, ਠੀਕ ਹੈ ਜੀ। ਬਟ ਜਿਹੜਾ ਸਾਡਾ ਪ੍ਰੋਡਕਸ਼ਨ ਹੋਈ ਹੈ, ਜਿਹੜੀ ਸਾਡੀ ਉਪਜ ਹੋਈ ਆ, ਉਹਦੇ ਮੰਡੀਕਰਨ ਦੇ ਵਿੱਚ, ਉਹਨੂੰ ਵੇਚਣ ਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਹੈ। ਸੋ ਇਹ ਇਹਨਾਂ ਦਾ ਇੱਕ ਨੈਗੇਟਿਵ ਪੁਆਇੰਟ ਹੋ ਗਿਆ, ਜਿਹਦੇ ਕਰਕੇ ਅਸੀਂ ਇਹਨਾਂ ਨੂੰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਨਾਲ ਰਿਪਲੇਸ ਕਰ ਸਕਦੇ ਹਾਂ, ਠੀਕ ਹੈ ਜੀ। ਇਹਨਾਂ ਸੁਭਾਵਾਂ ਦਾ ਬਦਲ ਹੈ ਕਿਸਾਨ ਨਿਰਮਾਤਾ ਸੰਗਠਨ, ਪਰ ਇਹ ਫਰਕ ਹੈ ਕਿ ਸਹਿਕਾਰੀ ਸਭਾਵਾਂ ਦੇ ਜਿਹੜੇ ਮੈਂਬਰ ਨੇ ਉਹ ਜਿਵੇਂ ਕਹ ਲਓ ਕਰਜ਼ਾ ਜਾਂ ਖਾਦ ਲੈਣ ਖਾਤਰ ਉਹਨਾਂ ਦਾ ਮੈਂਬਰ ਬਣਨਾ ਪੈਂਦਾ। ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਨੇ, ਜੇ ਅਸੀਂ ਕੋਆਪਰੇਟਿਵ ਸੁਸਾਇਟੀ ਤੋਂ ਕਰਜ਼ਾ ਲੈਣਾ ਜਾਂ ਖਾਦ ਲੈਣੀ ਆ ਤਾਂ ਸਾਨੂੰ ਉਹਦੇ ਮੈਂਬਰ ਬਣਨਾ ਪਊ। ਜੇ ਅਸੀਂ ਉਹਦੇ ਮੈਂਬਰ ਨਹੀਂ ਆ ਤਾਂ ਸਾਨੂੰ ਉਹਦਾ ਬੈਨੀਫਿਟ, ਉਹਦੇ ਫਾਇਦੇ ਨਹੀਂ ਮਿਲਣਗੇ। ਇਹ ਵੀ ਇਹਨਾਂ ਦਾ ਇੱਕ ਨੈਗੇਟਿਵ ਪੁਆਇੰਟ ਹੋ ਗਿਆ। ਬਟ ਜਿਹੜੀਆਂ ਸਾਡੀਆਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਨੇ, ਉਹ ਜੇ ਸਾਡੀ ਇੱਛਾ ਕੀ ਤਾਂ ਅਸੀਂ ਜੁਆਇਨ ਕਰ ਲਾਂਗੇ, ਬਟ ਸਾਡੇ ਤੇ ਕੋਈ ਓਬਲੀਗੇਸ਼ਨ ਨਹੀਂ ਹੈ ਵੀ ਤੁਸੀਂ ਜੇ ਇਹਦਾ ਫਾਇਦਾ ਲੈਣਾ ਤਾਂ ਤੁਹਾਨੂੰ ਕਰਨੀ ਹੀ ਕਰਨੀ ਪੈਣੀ ਹੈ, ਠੀਕ ਹੈ ਜੀ। ਮਤਲਬ ਕਿ ਇਸ ਤਰ੍ਹਾਂ ਨਹੀਂ ਹੈ। ਨਿਰਮਾਤਾ ਸੰਗਠਨ ਬਣਾਉਣ ਲਈ ਕੋਈ ਮਜਬੂਰੀ ਨਹੀਂ ਹੈ ਤੇ ਇਹ ਸਵੈ ਇੱਛਕ ਅਤੇ ਆਪਣੀ ਮਰਜ਼ੀ ਦੇ ਮੈਂਬਰਾਂ ਨਾਲ ਮਿਲ ਕੇ ਸਾਂਝੇ ਫਾਇਦੇ ਲਈ ਬਣਾਈ ਜਾਂਦੀ ਹੈ। ਜੇ ਸਾਨੂੰ ਲੱਗੂ ਵੀ ਸਾਨੂੰ ਕੋਈ ਫਾਇਦਾ ਹੋ ਰਿਹਾ ਤਾਂ ਅਸੀਂ ਬਣਾ ਲਾਂਗੇ, ਅਦਰਵਾਈਜ਼ ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਇਹ ਹੋ ਗਿਆ ਸਾਡੇ ਕੋਲੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਾਰੇ, ਪਲੱਸ ਉਹਨਾਂ ਦੇ ਕੀ ਫਾਇਦੇ ਨੇ ਉਹਦੇ 'ਚ, ਕਿਉਂਕਿ ਇਹਦੇ ਨਾਲ ਕੀ ਹੁੰਦਾ, ਇਹਦੇ ਨਾਲ ਜਦੋਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨੇ ਇਹ ਫਸਲਾਂ ਨੂੰ ਵੇਚਣ ਦੇ ਵਿੱਚ ਵੀ ਕੰਮ ਆਉਂਦੀਆਂ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ 10 ਕਿੱਲਿਆਂ ਵਾਲਾ ਕੋਈ ਇਕੱਠਾ ਹੋ ਕੇ ਆਪਣੀ ਫਸਲ ਨੂੰ ਵੇਚਦਾ ਗਾ, ਜਾਂ ਇੱਕ ਸਿੰਗਲ ਆਰਗੇਨਾਈਜੇਸ਼ਨ ਦੇ ਫਾਰਮ ਦੇ ਵਿੱਚ ਉਹ ਰਜਿਸਟਰ ਕਰ ਲੈਂਦੇ ਨੇ, ਤਾਂ ਉਹ ਆਪਣੇ ਪ੍ਰੋਡਕਟ ਨੂੰ ਐਜ਼ ਅ ਸਿੰਗਲ ਆਰਗੇਨਾਈਜੇਸ਼ਨ ਵੀ ਵੇਚ ਸਕਦੇ ਨੇ, ਠੀਕ ਹੈ ਜੀ। ਉਹ ਉਹਦਾ ਫਾਇਦਾ ਹੋ ਗਿਆ। ਤੇ ਫਿਰ ਆਪਣੇ ਕੋਲ ਇਹਨਾਂ ਬਾਰੇ ਹੋਰ ਇਹ ਸਾਨੂੰ ਯਾਦ ਕੋਈ ਬਹੁਤਾ ਪੜ੍ਹਨ ਦੀ ਸਾਡੇ ਲਈ ਲੋੜ ਨਹੀਂ ਹੈ। ਇਹ ਜੋ ਰਜਿਸਟ੍ਰੇਸ਼ਨ ਕਰਾਉਣ ਦਾ ਤਰੀਕਾ, ਇਹਦੀ ਵੀ ਆਪਾਂ ਗੱਲ ਕਰਾਂਗੇ। ਇੱਕ ਇਹ ਹੈ ਵੀ ਜੋ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈ ਨਾ, ਇਹਨਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੁੰਦੀ ਆ। ਵੀ ਜੇ ਅਸੀਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੀ ਤਰ੍ਹਾਂ ਕੰਮ ਕਰਨਾ ਚਾਹੁੰਦੇ ਆ ਤਾਂ ਸਾਨੂੰ ਬਕਾਇਦਾ ਰਜਿਸਟ੍ਰੇਸ਼ਨ ਕਰਾਉਣੀ ਪਊ, ਉਦੋਂ ਬਿਨਾਂ ਅਸੀਂ ਨਹੀਂ ਕਰ ਸਕਦੇ। ਤੇ ਇਹਦੇ 'ਚ ਇੱਕ ਕਮੀ ਕਹਿ ਸਕਦੇ ਹਾਂ ਜਾਂ ਇਹਦੇ 'ਚ ਸੁਧਾਰ ਕਰਨ ਦੀ ਲੋੜ ਆ। ਵੀ ਇਹ ਆ ਵੀ ਜਿਹੜਾ ਰਜਿਸਟ੍ਰੇਸ਼ਨ ਦਾ ਤਰੀਕਾ ਗਾ ਉਹ ਥੋੜ੍ਹਾ ਜਿਹਾ ਜ਼ਿਆਦਾ ਕੰਪਲੈਕਸ ਹੈ, ਉਹ ਜ਼ਿਆਦਾ ਗੁੰਝਲਵਾਂ ਹੈ, ਤਾਂ ਜਿਹੜਾ ਆਮ ਕਿਸਾਨ ਦੀ ਸਮਝ ਤੋਂ ਬਾਹਰ ਆ। ਸੋ ਜਦੋਂ ਅਸੀਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੀ ਗੱਲ ਕਰਾਂਗੇ, ਉਹਦੇ ਜੇ ਉਹਦੇ ਬਾਰੇ ਕੁਐਸਚਨ ਆਉਂਦਾ ਤਾਂ ਉਹਦੀ ਆਪਾਂ ਗੱਲ ਕਰਾਂਗੇ, ਉਹਦੇ ਕੀ ਉਹ ਹੁੰਦਾ ਕੀ ਹੈ ਪਹਿਲੀ ਗੱਲ ਤਾਂ, ਹੈ ਨਾ। ਜਿਵੇਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੋ ਗਈਆਂ, ਕੀ ਹੁੰਦੀਆਂ ਨੇ, ਕਿਸ ਤਰ੍ਹਾਂ ਕੰਮ ਕਰਦੀਆਂ ਨੇ, ਉਹ ਕੀ ਉਹਦੇ ਸਾਨੂੰ ਲਾਭ ਨੇ। ਉਹਦੇ 'ਚ ਮਤਲਬ ਸਾਨੂੰ ਇਨਪੁਟ ਵੀ ਲੈ ਸਕਦੇ ਹਾਂ ਅਸੀਂ, ਜੋ ਸਾਨੂੰ ਇਨਪੁਟਸ ਚਾਹੀਦੇ ਨੇ ਉਹਨਾਂ ਦੇ ਸਾਨੂੰ ਫਾਇਦਾ ਹੋਊਗਾ, ਉਹਨਾਂ ਨੂੰ ਖਰੀਦਣਾ ਸੌਖਾ ਹੋ ਜੂ, ਪਲੱਸ ਜੋ ਸਾਡਾ ਪ੍ਰੋਡਕਸ਼ਨ ਆ ਉਹਨੂੰ ਅਸੀਂ ਵੇਚ ਵੀ ਵਧੀਆ ਤਰੀਕੇ ਨਾਲ ਸਕਦੇ ਹਾਂ। ਫਿਰ ਸਾਡੇ ਕੋਲੇ ਉਹਦੇ 'ਚ ਜਿਹੜਾ ਕੁਛ ਰਿਫੋਰਮਸ ਸਾਨੂੰ ਕਰਨ ਦੀ ਲੋੜ ਆ। ਉਹਨਾਂ ਦੇ ਵਿੱਚੋਂ ਇੱਕ ਰਿਫੋਰਮ ਹੈ ਕਿ ਇਹਦੇ ਜੋ ਰਜਿਸਟ੍ਰੇਸ਼ਨ ਪ੍ਰੋਸੈਸ ਆ ਉਹਨੂੰ ਅਸੀਂ ਥੋੜ੍ਹਾ ਜਿਹਾ ਸਾਡੇ ਕਿਸਾਨਾਂ ਲਈ ਸੁਖਾਵਾਂ ਕਰੀਏ, ਉਹਨੂੰ ਗੁੰਝਲ ਰਹਿਤ ਕਰੀਏ, ਤਾਂ ਕਿ ਉਹਨਾਂ ਨੂੰ ਸਮਝਣਾ ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਉਹਨਾਂ ਲਈ ਸੌਖਾ ਹੋ ਸਕੇ, ਠੀਕ ਹੈ ਜੀ। ਇਹ ਹੋ ਗਿਆ। ਤੇ ਦੂਸਰਾ ਸਾਡੇ ਕੋਲ ਇਹਦੇ 'ਚ ਜਦੋਂ ਆਪਾਂ ਰਿਫੋਰਮਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਹੋ ਗਿਆ ਜੀ ਕਿ ਅੱਜ ਇਸ ਗੱਲ ਦੀ ਜ਼ਰੂਰਤ ਹੈ ਕਿ FPO ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਇਕੱਲੀ ਖੇਤੀ ਪੈਦਾਵਾਰ ਵੇਚਣ ਦੇ ਸਮਰੱਥ ਹੀ ਨਾ ਹੋਵੇ, ਬਲਕਿ ਉਸ ਕੋਲ ਪ੍ਰੋਸੈਸ ਕਰਕੇ ਫਸਲ ਦੀ ਗੁਣਵੱਤਾ ਵਧਾਉਣ ਦੀ ਸਮਰੱਥਾ ਵੀ ਹੋਵੇ। ਵੈਰੀ ਇੰਪੋਰਟੈਂਟ। ਇਹ ਇੱਕ ਆਪਾਂ ਇਹਦੇ 'ਚ ਵੇ ਫਾਰਵਰਡ ਦੇ ਵਿੱਚ ਜਾਂ ਸਾਡੇ ਸੁਜੈਸ਼ਨ ਦੇ ਵਿੱਚ ਇਹ ਆਪਾਂ ਸੁਝਾਅ ਦੇ ਸਕਦੇ ਹਾਂ ਕਿ ਪੈਦਾਵਾਰ ਤੋਂ ਗਾਹਾਂ, ਫਸਲ ਦੀ ਪੈਦਾਵਾਰ ਨੂੰ ਵੇਚਣ ਤੋਂ ਗਾਹਾਂ ਇਹਦੇ ਕੋਲੇ ਉਸ ਪੈਦਾਵਾਰ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਵੀ ਹੋਣੀ ਚਾਹੀਦੀ ਆ। ਮਤਲਬ ਇਹਦੇ ਕੋਲੇ ਇਹਨੂੰ ਅਸੀਂ ਇੰਨਾ ਇੰਪਾਵਰ ਕਰੀਏ ਕਿ ਇਹ ਕਿਸਾਨਾਂ ਨੂੰ, ਜਿਹੜੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨੇ, ਉਹਨਾਂ ਨੂੰ ਫੂਡ ਪ੍ਰੋਸੈਸਿੰਗ ਟੈਕਨੋਲੋਜੀਜ਼ ਵੀ ਪ੍ਰੋਵਾਈਡ ਕਰੀਏ, ਜਿਹਦੇ ਨਾਲ ਆਪਣੀ ਫਸਲ ਦੀ, ਆਪਣੀ ਪੈਦਾਵਾਰ ਦੀ ਗੁਣਵੱਤਾ ਨੂੰ ਵਧਾ ਕੇ ਜ਼ਿਆਦਾ ਰੇਟ ਤੇ ਮਾਰਕੀਟ ਦੇ ਵਿੱਚ ਵੇਚ ਸਕਣ। ਇਹਨੂੰ ਅਸੀਂ ਕਹਿੰਦੇ ਹਾਂ ਫੂਡ ਪ੍ਰੋਸੈਸਿੰਗ। ਮਤਲਬ ਕਿ ਕੋਈ ਵੀ ਫੂਡ ਆ, ਕੋਈ ਅਨਾਜ ਆ, ਉਹਨੂੰ ਅਸੀਂ ਪ੍ਰੋਸੈਸ ਕੀਤਾ। ਉਹਦੇ 'ਚ ਪ੍ਰੋਸੈਸ ਕਰਨ ਦਾ ਮਤਲਬ ਕਿ ਉਹਦੇ 'ਚ ਕੁਛ ਨਾ ਕੁਛ ਅਸੀਂ ਨਵੀਂ ਚੀਜ਼ ਪਾਤੀ। ਕੋਈ ਉਹਦੇ 'ਚ ਆਪਾਂ ਕਹਿ ਲਓ ਪਹਿਲਾਂ ਉਹਨਾਂ ਦੀ ਜਿਵੇਂ ਕਹਿ ਲਓ, ਜਿਵੇਂ ਆਪਾਂ ਕੋਈ ਫਲਾਂ ਦੀ ਗੱਲ ਕਰ ਲਈਏ, ਕਿੰਨੂ ਆ ਨਾ, ਉਹਦੇ 'ਚ ਆਪਾਂ ਸਾਫ਼ ਕਰਤੇ ਵੀ ਕਿਹੜੇ ਖਰਾਬ ਨੇ, ਕਿਹੜੇ ਵਧੀਆ ਨੇ, ਕਿਹੜੇ ਵੱਡੇ ਨੇ, ਕਿਹੜੇ ਛੋਟੇ ਨੇ। ਉਹ ਜਿਹੜੇ ਵੱਡੇ ਹੋਣਗੇ, ਜਿਹੜੇ ਛੋਟੇ ਹੋਣਗੇ ਉਹਨਾਂ ਨੂੰ ਅਲੱਗ ਵੇਚ ਦਾਂਗੇ, ਵੱਡਿਆਂ ਨੂੰ ਅਲੱਗ ਵੇਚ ਦਾਂਗੇ। ਜਿਹੜੇ ਦਾਗੀ ਹੋਣਗੇ ਉਹਨਾਂ ਨੂੰ ਕੱਢ ਦਿਆਂਗੇ, ਜਿਹੜੇ ਸਾਫ਼ ਹੋਣਗੇ ਉਹਨਾਂ ਨੂੰ ਕੱਢ ਦਿਆਂਗੇ। ਜਿਹੜੇ ਸਾਫ਼ ਹੋਣਗੇ ਉਹਨਾਂ ਦਾ ਮੁੱਲ ਸਾਨੂੰ ਜ਼ਿਆਦਾ ਮਿਲੂ, ਜਿਨ੍ਹਾਂ ਦਾ ਸਾਈਜ਼ ਵੱਡਾ ਹੋਊ ਉਹਨਾਂ ਦਾ ਮੁੱਲ ਵੀ ਸਾਨੂੰ ਜ਼ਿਆਦਾ ਮਿਲੂ। ਉਸੇ ਤਰ੍ਹਾਂ ਅਸੀਂ ਕਈ ਹੋਰ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਹੋਰ ਵੈਲਿਊ ਐਡੀਸ਼ਨ ਕਰ ਸਕਦੇ ਹਾਂ। ਉਹਨਾਂ ਦੇ ਵਿੱਚ ਕਹਿ ਲਓ ਵੀ ਕੋਈ ਕਲਰ ਐਡ ਕਰ ਸਕਦੇ ਹਾਂ, ਹੈ ਨਾ, ਜਾਂ ਉਹਦੇ 'ਚ ਕੋਈ ਇੱਦਾਂ ਦਾ ਆਪਾਂ ਇੱਦਾਂ ਦੀਆਂ ਚੀਜ਼ਾਂ ਪਾ ਦਈਏ ਜਿਹਦੇ ਨਾਲ ਉਹਨਾਂ ਦੀ ਜਿਹੜੀ ਸ਼ੈਲਫ ਲਾਈਫ ਆ, ਜਿਹੜਾ ਉਹਨਾਂ ਦਾ ਜੀਵਨ ਕਾਲ ਆ, ਉਹ ਵੱਧ ਸਕੇ, ਜ਼ਿਆਦਾ ਲੰਮੇ ਸਮੇਂ ਤੱਕ ਆਪਾਂ ਉਹਨਾਂ ਨੂੰ ਸਟੋਰ ਕਰ ਸਕੀਏ। ਪਲੱਸ ਉਹਦੇ 'ਚ ਕੁਛ ਆਪਾਂ ਨਿਊਟ੍ਰੀਸ਼ਨਲ ਜਿਹੜੇ ਤੱਤ ਨੇ, ਸਾਡੇ ਨਿਊਟਰੀਐਂਟਸ, ਉਹ ਵੀ ਐਡ ਕਰ ਸਕਦੇ ਹਾਂ, ਜਿਹਦੇ ਨਾਲ ਉਹ ਜ਼ਿਆਦਾ ਵੈਲਿਊ ਦੇ ਸਕਣ, ਠੀਕ ਹੈ ਜੀ। ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਮੈਂ ਖੇਤੀ ਕਰਦਾ ਟਮਾਟਰ ਦੀ,
मैं किले चो मैं 1 किला टमाटर लाए, मैं 10 रुपए किलो डेली मार्केट ਦੇ ਵਿੱਚ ਵੇਚ ਕੇ ਆਉਣਾ। ਬਟ ਜਿੱਥੋਂ ਮੇਰੇ ਕੋਲੋਂ ਖਰੀਦ ਕੇ ਜਿਹੜੇ ਪ੍ਰੋਡਿਊਸਰ ਕੋਲੇ ਜਾ ਰਹੇ ਨੇ ਜਾਂ ਜਿਹੜੇ ਵਪਾਰੀ ਕੋਲੇ ਜਾ ਰਹੇ ਨੇ ਜਾਂ ਜਿਹੜੇ ਪ੍ਰੋਸੈਸਰ ਕੋਲੇ ਜਾ ਰਹੇ ਨੇ, ਉਹ ਕੀ ਕਰ ਰਿਹਾ, ਉਹ ਉਸੇ ਟਮਾਟਰ ਨੂੰ ਪ੍ਰੋਸੈਸ ਕਰਕੇ ਉਹਦੇ 'ਚ ਕਲਰ ਪਾ ਕੇ ਉਹਦੇ 'ਚ ਹੋਰ ਉਹਨੂੰ ਕ੍ਰਸ਼ ਕਰਕੇ ਉਹਦੇ ਤੋਂ ਕਹਿ ਲਓ ਵੀ ਇੱਕ ਕੈਚਅਪ ਬਣਾ ਕੇ ਵੇਚ ਰਿਹਾ ਹੈ ਨਾ, ਜਿਹਨੂੰ ਸੌਸ ਕਹਿ ਦਿੰਦੇ ਆ, ਚਟਨੀ ਕਹਿ ਦਿੰਦੇ ਆਪਾਂ। ਸੋ ਮਤਲਬ ਇਹ ਵੀ ਜਿਹੜਾ ਟਮਾਟਰ ਮੈਂ 10 ਰੁਪਏ ਕਿਲੋ ਵੇਚਿਆ ਸੀ, ਉਹਦੇ ਤੋਂ ਜਿਹੜੀ ਚਟਨੀ ਬਣੀ ਆ ਉਹ ਅੱਜ 100 ਰੁਪਏ 150 ਰੁਪਏ ਕਿਲੋ ਵਿਕ ਰਹੀ ਹੈ। ਜਾਂ ਮਿਲਕ ਆ, ਮਿਲਕ ਤੋਂ ਮੈਂ ਤਾਂ ਸਿੱਧਾ ਇੱਕ ਕਿਸਾਨ ਆ ਜਿਹੜਾ ਸਿੱਧਾ ਦੁੱਧ ਪਾ ਕੇ ਡੈਰੀ 'ਚ ਪਾ ਕੇ ਵੇਚ ਆਉਂਦਾ, ਬਟ ਜਿਹੜੇ ਅੱਗੇ ਵਾਲੇ ਨੇ ਉਹ ਕੋਈ ਪਨੀਰ ਬਣਾ ਲੈਂਦਾ, ਪਨੀਰ ਬਣਾ ਕੇ ਵੇਚਦਾ, ਫਿਰ ਗਾਹਾਂ ਘਿਓ ਬਣਾ ਕੇ ਵੇਚਦੇ ਆ ਜਾਂ ਦੁੱਧ ਬਣਾ ਕੇ ਵੇਚਦੇ ਆ, ਹੈ ਨਾ। ਸੋ ਉਹਦੀ ਪ੍ਰੋਸੈਸਿੰਗ ਹੋ ਗਈ। ਸੋ ਇਹਨਾਂ ਚੀਜ਼ਾਂ ਦੇ ਸਮਰੱਥ ਵੀ ਸਾਨੂੰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਨੂੰ ਕਰਨਾ ਚਾਹੀਦਾ, ਸੋ ਦੈਟ ਫਾਰਮਰਸ ਨੂੰ ਹੋਰ ਜ਼ਿਆਦਾ ਲਾਭ ਇਹਨਾਂ ਚੀਜ਼ਾਂ ਦਾ ਹੋ ਸਕੇ। ਇੱਕ ਸਾਡੇ ਕੋਲੇ ਰਿਫਾਰਮ ਹੋ ਗਿਆ ਕਿ ਉਹਨਾਂ ਨੂੰ ਪ੍ਰੋਸੈਸਿੰਗ ਦੇ ਸਮਰੱਥ ਕਰਨਾ ਚਾਹੀਦਾ, ਰਜਿਸਟ੍ਰੇਸ਼ਨ ਉਹਨਾਂ ਦੀ ਈਜ਼ੀ ਕਰਨੀ ਚਾਹੀਦੀ ਆ। ਤੇ ਹੋਰ ਇਹਦੇ 'ਚ ਸਾਡੇ ਲਈ ਜੋ ਰੈਲੇਵੈਂਟ ਹੈ ਉਹ ਹੈ ਜੀ ਹਾਂ, ਇੱਕ ਅਸੀਂ ਇਹਦੇ 'ਚ ਆਪਾਂ ਗੱਲ ਕਰ ਸਕਦੇ ਹਾਂ ਵੀ ਇਹਦੇ ਨਾਲ ਕੀ ਕੀ ਫਾਇਦੇ ਹੋਣਗੇ ਜੇ ਆਪਾਂ ਪ੍ਰੋਸੈਸਿੰਗ ਲਿਆਵਾਂਗੇ, ਇਹਦੇ 'ਚ ਪ੍ਰੋਸੈਸਿੰਗ ਐਡ ਕਰ ਦਿਆਂਗੇ ਤਾਂ ਉਹਦੇ ਕੀ ਫਾਇਦੇ ਹੋਣਗੇ। ਇਹਦੇ ਨਾਲ ਕੀ ਫਾਇਦੇ ਹੋਣੇ ਨੇ ਜੀ, ਇਹਦੇ ਨਾਲ ਇਸ ਦੇ ਫਾਇਦੇ ਹੋਣਗੇ, ਇੱਕ ਤਾਂ ਸਾਡੀ ਵਿਦੇਸ਼ੀ ਮੁਦਰਾ ਬਾਹਰ ਨਹੀਂ ਜਾਏਗੀ। ਜਿਵੇਂ ਆਪਾਂ ਇੱਥੇ ਗੱਲ ਕੀਤੀ ਹੈ ਪਹਿਲਾਂ, ਕਹਿੰਦੇ ਵੀ ਜੇ ਆਪਾਂ ਪ੍ਰੋਸੈਸਿੰਗ ਕਰਕੇ ਉਹਨਾਂ ਨੂੰ ਇੰਪਾਵਰ ਕਰ ਦਈਏ ਕਿ ਆਪਣੀਆਂ ਪ੍ਰੋਸੈਸਿੰਗ ਯੂਨਿਟਸ ਵੀ ਲਾ ਸਕਦੇ ਨੇ, ਤਾਂ ਜਿਹੜੇ ਕਿਸਾਨਾਂ ਦੇ ਬੱਚੇ ਨੇ ਜਿਹੜੇ ਅੱਜ ਕੱਲ੍ਹ ਬਾਹਰ ਜਾ ਰਹੇ ਨੇ, ਉਹ ਇੱਧਰ ਰਹਿ ਕੇ ਆਪਣਾ ਪ੍ਰੋਸੈਸਿੰਗ ਦੇ ਵਿੱਚ ਵੀ ਕੰਮ ਕਰ ਸਕਦੇ ਨੇ। ਸੋ ਵਿਦੇਸ਼ੀ ਮੁਦਰਾ ਬਾਹਰ ਨਹੀਂ ਜਾਏਗੀ। ਦੂਜਾ, ਰੁਜ਼ਗਾਰ ਦੇ ਜ਼ਰੀਏ ਬਣਨਗੇ। ਕਿਉਂਕਿ ਜਦੋਂ ਆਪਾਂ ਨਵੀਂ ਕੋਈ ਪ੍ਰੋਸੈਸਿੰਗ ਲਾਉਣੀ ਹੈ, ਜੇ ਆਪਾਂ ਕਿਸੇ ਦੀ ਛਾਂਟ ਛਟਾਈ ਕਰਨੀ ਆ ਫਸਲ ਦੀ, ਕ੍ਰੌਪ ਦੀ, ਜਾਂ ਉਹਦੇ 'ਚ ਆਪਾਂ ਕੋਈ ਉਹਨੂੰ ਪ੍ਰੋਸੈਸ ਕਰਨਾ ਕਿਸੇ ਤਰੀਕੇ ਨਾਲ, ਤਾਂ ਸਾਨੂੰ ਲੇਬਰ ਦੀ ਵੀ ਲੋੜ ਪਊ, ਜਿਹਦੇ ਨਾਲ ਨਵੇਂ ਰੁਜ਼ਗਾਰ ਦੇ ਜ਼ਰੀਏ ਪੈਦਾ ਹੋਣਗੇ। ਤੀਜਾ, ਇੱਥੇ ਪੈਸਾ ਲੱਗੇਗਾ ਤੇ ਸਰਕਾਰ ਨੂੰ ਮਾਲੀ ਆਵੇਗਾ, ਕਿਉਂਕਿ ਇਹ ਇੱਕ ਕਮਰਸ਼ੀਅਲ ਕੰਮ ਹੋ ਜਾਊਗਾ ਨਾ। ਕਮਰਸ਼ੀਅਲ ਕੰਮ ਕਰਾਂਗੇ ਤਾਂ ਸਾਨੂੰ ਤੇ ਟੈਕਸ ਵੀ ਪੇ ਕਰਨਾ ਪਊ, ਪਲੱਸ ਹੋਰ ਇਨਵੈਸਟਮੈਂਟ ਉਹਦੇ ਤੋਂ ਵੀ ਸਰਕਾਰ ਨੂੰ ਵਿਆਜ ਮਿਲੂਗਾ, ਉਹਦੇ ਤੋਂ ਸਰਕਾਰ ਨੂੰ ਟੈਕਸ ਮਿਲੂਗਾ। ਠੀਕ ਹੈ ਜੀ, ਉਹ ਹੋ ਗਿਆ, ਸਾਡੀ ਇਕਨੋਮੀ ਨੂੰ ਫਾਇਦਾ ਹੋਊ ਜਿਹਦੇ ਨਾਲ। ਫਿਰ ਆਪਾਂ ਕਹਿ ਸਕਦੇ ਹਾਂ ਪੰਜਵਾਂ, ਆਪਣੇ ਪਰਿਵਾਰ ਵਿੱਚ ਰਹਿ ਕੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਹਾਈ ਹੋਣਗੇ। ਚਲੋ ਠੀਕ ਹੈ, ਇਹ ਸਾਡਾ ਸੁਸਾਇਟੀ ਪੁਆਇੰਟ ਆਫ ਵਿਊ ਤੋਂ ਹੋ ਗਿਆ ਵੀ ਇਹਦਾ ਸੋਸ਼ਲ ਇੰਪੋਰਟੈਂਸ ਇਹ ਆ ਵੀ ਜਿਹੜੇ ਸਾਡੇ ਲੋਕ ਅੱਜ ਕੱਲ੍ਹ ਬਾਹਰ ਨੂੰ ਭੱਜ ਰਹੇ ਨੇ, ਜੋ ਇੱਥੇ ਰਹਿ ਕੇ ਕੰਮ ਕਰਨਗੇ, ਆਪਣੇ ਪਰਿਵਾਰ 'ਚ ਰਹਿ ਕੇ ਕੰਮ ਕਰਨਗੇ, ਤਾਂ ਜੇ ਕੋਈ ਦੁੱਖ ਸੁੱਖ ਆਉਂਦਾ ਤਾਂ ਸਾਡੇ ਪਹਿਲੀ ਗੱਲ ਤਾਂ ਸਾਡੇ ਕਲਚਰ ਨਾਲ ਜੁੜੇ ਰਹਿਣਗੇ। ਦੂਜਾ, ਦੁੱਖ ਸੁੱਖ ਦੇ ਵਿੱਚ ਆਪਣੇ ਪਰਿਵਾਰਾਂ, ਆਪਣੇ ਭਾਈਆਂ, ਚਾਚੇ ਤਾਇਆਂ ਦੇ ਨਾਲ ਖੜਨਗੇ ਉਹ। ਇਹ ਸੋਸਾਈਟਲ ਇੰਪੋਰਟੈਂਟ ਵੀ ਸੋਸਾਇਟੀ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਪੁਆਇੰਟ ਹੋ ਗਿਆ ਸਾਡੇ ਲਈ। ਠੀਕ ਹੈ ਜੀ। ਤੇ ਫਿਰ ਆਪਾਂ ਇਹਦੇ 'ਚ ਇੱਕ ਰੀਸੈਂਟ ਜਿਹੜੀ ਐਗਜ਼ਾਮਪਲ ਆ ਉਹ ਦੇ ਸਕਦੇ ਹਾਂ। ਕੀ ਹੈ ਵੀ ਜੇ ਪ੍ਰੋਸੈਸਿੰਗ ਦੇ ਕੈਪੇਬਲ ਹੁੰਦੇ ਤਾਂ ਉਹਨਾਂ ਨੂੰ ਕੀ ਬੈਨੀਫਿਟ ਹੋ ਸਕਦੇ ਨੇ। ਉਦਾਹਰਨ ਦੇ ਤੌਰ ਤੇ, ਜਿਹੜੀ ਮੂੰਗੀ ਇਸ ਸਾਲ ਰੰਗ ਬਦਲਣ ਕਾਰਨ ਜਾਂ ਫਿਰ ਹੋਰ ਗੁਣਵੱਤਾ ਦੇ ਕਾਰਨ ਸਰਕਾਰ ਨੇ ਨਹੀਂ ਖਰੀਦੀ, ਜਿਹਦਾ ਬਾਅਦ 'ਚੋਂ ਮਤਲਬ ਕਿ ਸਰਕਾਰ ਨੇ ਕਹਿਤਾ ਵੀ ਇਹਦੀ ਗੁਣਵੱਤਾ ਘਟ ਗਈ, ਇਹਦਾ ਰੰਗ ਕਾਲਾ ਹੋ ਗਿਆ। ਕਿਉਂਕਿ ਜਿਹੜੀ ਮੂੰਗੀ ਲੇਟ ਆਈ ਸੀ, ਉਦੋਂ ਮੀਂਹ ਪੈ ਗਏ, ਮੀਂਹ ਪੈਣ ਨਾਲ ਮੂੰਗੀ ਦੇ ਦਾਣੇ ਦਾ ਰੰਗ ਕਾਲਾ ਹੋ ਗਿਆ। ਉਹ ਸਿਰਫ ਉਹਦਾ ਸਿਲਕਾ ਕਾਲਾ ਹੋਇਆ ਸੀ, ਅੰਦਰਲਾ ਦਾਣਾ ਤਾਂ ਠੀਕ ਸੀ, ਬਟ ਕਿਸਾਨਾਂ ਕੋਲੇ ਪ੍ਰੋਸੈਸਿੰਗ ਕਰਨ ਦੀ ਕੈਪੇਬਿਲਿਟੀ ਨਹੀਂ ਹੈ, ਤਾਂ ਉਹਨਾਂ ਨੂੰ ਉਸ ਮੂੰਗੀ ਨੂੰ ਸਰਕਾਰ ਨੇ ਖਰੀਦਿਆ ਨਹੀਂ। ਤੇ ਬਾਅਦ ਚੋਂ MSP ਜਿਹੜਾ ਮਾਰਕੀਟ ਦਾ ਰੇਟ ਆ, ਉਹ ਜੇ 62-6300 MSP ਸੀ ਤਾਂ ਉਹ 2000-2500 3000 ਤੱਕ ਵਿਕਿਆ। ਮਤਲਬ ਕਿ ਇੰਨੇ ਘੱਟ ਰੇਟ ਤੇ ਕਿਸਾਨਾਂ ਨੂੰ ਉਹ ਮੂੰਗੀ ਵੇਚਣੀ ਪਈ ਹੈ। 1500 ਰੁਪਏ ਪ੍ਰਤੀ ਕੁਆਂਟਲ ਤੱਕ ਵੀ ਬਹੁਤ ਕਿਸਾਨਾਂ ਨੇ ਵੇਚੀ ਆ ਉਹ। ਪਰ ਜੇ ਅਸੀਂ ਪ੍ਰੋਸੈਸ ਕਰਨ ਦੇ ਸਮਰੱਥ ਹੁੰਦੇ ਤਾਂ ਛਿਲਕਾ ਲਾ ਕੇ ਦਲੀ ਹੋਈ ਮੂੰਗੀ ਨੂੰ ਪੈਕਿੰਗ ਕਰਕੇ ਮਾਰਕਾ ਲਾ ਕੇ ਵੇਚਿਆ ਜਾ ਸਕਦਾ ਸੀ ਅਤੇ ਫਿਰ ਉਹਦਾ ਮੁਨਾਫਾ ਵੀ ਹੋ ਜਾਣਾ ਸੀ। ਇਹੀ ਕਾਰਪੋਰੇਟ ਕਰਦੇ ਨੇ। ਠੀਕ ਹੈ ਜੀ। ਸੋ ਇਹ ਚੀਜ਼ ਅਸੀਂ ਪ੍ਰੋਸੈਸਿੰਗ ਦੇ ਨਾਲ ਸਾਨੂੰ ਬੈਨੀਫਿਟਸ ਹੋ ਸਕਦੇ ਨੇ। ਤੇ ਫਿਰ ਇਹ ਕਹਿੰਦੇ ਨੇ ਸਾਨੂੰ ਇਸ ਵੇਲੇ ਲੋੜ ਹੈ ਨੌਜਵਾਨਾਂ ਨੂੰ ਸਹੀ ਢੰਗ ਨਾਲ ਸਿਖਲਾਈ ਦਿੱਤੀ ਜਾਵੇ ਤੇ ਉਹਨਾਂ ਨੂੰ ਸਹੀ ਢੰਗ ਨਾਲ ਸਾਨੂੰ ਸਿਖਲਾਈ ਦੇਣੀ ਚਾਹੀਦੀ ਹੈ। ਪਲੱਸ ਇਹ ਕਹਿੰਦੇ ਨੇ ਵੀ ਸਾਨੂੰ ਨਾਲ ਦੀ ਨਾਲ ਹੋਰ ਕੀ ਲੋੜ ਹੈ ਜੀ, ਸਾਨੂੰ ਲੋੜ ਹੈ ਖੇਤੀ ਨਾਲ ਸੰਬੰਧਿਤ ਮਹਿਕਮਿਆਂ ਨੂੰ ਕਾਰੋਬਾਰੀ ਪ੍ਰਬੰਧਨ ਦੀ ਥਿਊਰੀ ਜਾਂ ਕਹਿ ਲਓ ਬਿਜ਼ਨਸ ਮੈਨੇਜਮੈਂਟ ਵੀ ਕਿਸਾਨਾਂ ਨੂੰ ਪੜ੍ਹਾਉਣੀ ਚਾਹੀਦੀ ਹੈ, ਤਾਂ ਕਿ ਬਿਜ਼ਨਸ ਨੂੰ, ਕਿਉਂਕਿ ਖੇਤੀਬਾੜੀ ਆ ਜਿਹੜੀ ਇਹ ਇੱਕ ਬਿਜ਼ਨਸ ਆ, ਹੈ ਨਾ। ਬਿਜ਼ਨਸ ਦੇ ਤੌਰ 'ਤੇ ਵੀ ਇਹਨੂੰ ਅਸੀਂ ਡਿਵੈਲਪ ਕਰ ਸਕਦੇ ਹਾਂ, ਬਿਜ਼ਨਸ ਦੇ ਤੌਰ 'ਤੇ ਵੀ ਇਹਨੂੰ ਦੇਖਿਆ ਜਾ ਸਕਦਾ। ਸਾਨੂੰ ਲੋੜ ਆ ਕਿਸਾਨਾਂ ਨੂੰ ਬਿਜ਼ਨਸ ਮੈਨੇਜਮੈਂਟ ਸਟ੍ਰੈਟਜੀਜ਼ ਦੱਸਣ ਦੀ, ਹੈ ਨਾ। ਉਹਨਾਂ ਨੂੰ ਕਿਸ ਤਰ੍ਹਾਂ ਉਹ ਆਪਣੀਆਂ ਕਹਿ ਲਓ ਇਸ ਕੰਮ ਨੂੰ ਹੋਰ ਲਾਹੇਵੰਦ ਤਰੀਕੇ ਨਾਲ ਵਰਤ ਸਕਦੇ ਨੇ, ਸਾਨੂੰ ਉਹ ਵੀ ਪ੍ਰਮੋਟ ਕਰਨ ਦੀ ਲੋੜ ਆ। ਇਹ ਆਰਟੀਕਲ ਕਹਿੰਦਾ। ਤੇ ਫਿਰ ਸਾਡਾ ਇੱਕ ਜੋ ਹੋਰ ਆਰਟੀਕਲ ਹੈ ਜੀ ਅੱਜ ਦਾ, ਉਹ ਹੈ ਇੱਕ ਸੈਕਿੰਡ,
ਉਹ ਸਾਡਾ ਪੰਜਾਬੀ ਟ੍ਰਿਬਿਊਨ ਦਾ ਆਰਟੀਕਲ ਆ ਜੀ, ਉਹਨੂੰ ਵੀ ਇੱਕ ਮਿੰਟ ਆਪਾਂ ਦੇਖਦੇ ਹਾਂ। ਉਹ ਵੀ ਸਾਡੀ ਕਿਸਾਨੀ ਦੇ ਨਾਲ ਹੀ ਸੰਬੰਧਿਤ ਹੈ। ਉਹਦੇ 'ਚ ਉਹਨਾਂ ਨੇ ਗੱਲ ਕੀਤੀ ਆ ਮਾਰਕੀਟਿੰਗ ਰਿਫਾਰਮਸ ਦੀ। ਜਿਵੇਂ ਇਹ ਤਾਂ ਹੁਣ ਸਾਡੇ ਕੋਲ ਓਵਰਆਲ ਰਿਫਾਰਮਸ ਦੀ ਗੱਲ ਕਰ ਰਹੇ ਆ ਨਾ, ਜਾਂ ਸਾਡੇ ਕੋਲ ਜਿਵੇਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਹੋ ਗਈਆਂ, ਬਟ ਜਿਹੜਾ ਉਹ ਆਰਟੀਕਲ ਆ ਉਹ ਗੱਲ ਕਰਦਾ ਮਾਰਕੀਟਿੰਗ ਰਿਫਾਰਮਸ ਦੀ। ਹਾਂਜੀ, ਇਹਦੇ 'ਚ ਕਹਿੰਦੇ ਲਾਹੇਵੰਦ ਖੇਤੀ ਲਈ ਮੰਡੀਕਰਨ ਬਾਰੇ ਪਹਿਲ ਕਦਮੀ ਜ਼ਰੂਰੀ। ਮਤਲਬ ਇਹਨਾਂ ਨੇ ਪੰਜਾਬ ਦੀ, ਜਦੋਂ ਆਪਾਂ ਮਾਰਕੀਟਿੰਗ ਰਿਫਾਰਮਸ ਦੀ ਗੱਲ ਕਰਦੇ ਹਾਂ ਜਾਂ ਮੰਡੀਕਰਨ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਜਦੋਂ ਅਸੀਂ ਪੰਜਾਬ ਨੂੰ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਸਾਡੇ ਮੰਡੀਕਰਨ ਵਾਲਾ ਜਿਹੜਾ ਸਿਸਟਮ ਆ ਬਹੁਤ ਵਧੀਆ ਬਣਿਆ ਹੋਇਆ। ਕਾਰਨ ਕੀ ਹੈ ਵੀ ਸਾਡੇ ਕੋਲੇ ਮੰਡੀਆਂ ਬਹੁਤ ਨੇ, ਜਿਵੇਂ ਕਹਿ ਲਓ ਲਗਭਗ ਹਰ ਇੱਕ ਪਿੰਡ ਨੂੰ ਇੱਕ ਮੰਡੀ ਦਿੱਤੀ ਹੋਈ ਹੈ, ਜਾਂ ਇੱਕ ਨੂੰ ਨਹੀਂ ਤਾਂ 4-5 ਪਿੰਡਾਂ ਨੂੰ ਇਕੱਠੇ ਹੋ ਕੇ ਮੰਡੀ ਦਿੱਤੀ ਹੋਈ ਆ, ਜਿਹਦੇ ਕਰਕੇ ਕੀ ਹੈ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਦਿੱਕਤ ਨਹੀਂ ਆਉਂਦੀ। ਬਟ ਜਦੋਂ ਆਪਾਂ ਮੰਡੀਕਰਨ ਦੀ ਗੱਲ ਕਰਦੇ ਹਾਂ ਜਾਂ ਮਾਰਕੀਟਿੰਗ ਰਿਫਾਰਮਸ ਦੀ ਓਵਰਆਲ ਇੰਡੀਆ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਹਾਂ, ਤਾਂ ਜਦੋਂ ਆਪਾਂ ਦੇਖਦੇ ਹਾਂ ਨਾ ਐਵਰੇਜ ਏਰੀਆ ਕਵਰਡ ਬਾਏ ਅ ਮੰਡੀ ਔਰ ਬਾਏ ਅ ਮਾਰਕੀਟਿੰਗ ਯਾਰਡ ਐਟ ਨੈਸ਼ਨਲ ਲੈਵਲ, ਉਹ ਹੈਗਾ ਜੀ ਅਰਾਊਂਡ 250 to 60 ਕਿਲੋਮੀਟਰ ਸਕੁਆਇਰ ਏਰੀਆ ਇੱਕ ਮੰਡੀ ਕਵਰ ਕਰਦੀ ਆ। ਦੇਖੋ ਮਤਲਬ ਕਿ ਕਿੱਡੀ ਦੂਰ ਦੂਰ ਤੱਕ ਫਾਰਮਰਸ ਨੂੰ ਆ ਕੇ ਆਪਣਾ ਫਸਲ ਵੇਚਣੀ ਪੈਂਦੀ ਆ, ਜਿਹਦੇ ਨਾਲ ਕੀ ਨੁਕਸਾਨ ਹੁੰਦੇ ਨੇ ਵੀ ਜਦੋਂ ਕੋਈ ਫਸਲ ਆਪਣੀ ਕਿਸਾਨ ਖੇਤ ਚੋਂ ਮੰਡੀ 'ਚ ਲੈ ਕੇ ਆਉਂਦਾ, ਜੇ ਉਹਨੂੰ 25, 30, 50 ਜਾਂ 60 ਕਿਲੋਮੀਟਰ ਤੱਕ ਜਾ ਕੇ ਮੰਡੀ 'ਚ ਪਹੁੰਚੂਗਾ ਉਹ, ਤਾਂ ਰਾਹ ਦੇ ਵਿੱਚ ਜਾਂਦੇ ਉਹਦੀ ਫਸਲ ਦਾ ਨੁਕਸਾਨ ਬਹੁਤ ਹੋ ਜਾਂਦਾ, ਕਿਉਂਕਿ ਫਸਲਾਂ ਨੂੰ ਮੰਡੀ 'ਚ ਲੈ ਕੇ ਜਾਣ ਦੇ ਲਈ ਸਾਡੇ ਕੋਲ ਐਂ ਤਾਂ ਹੈ ਨਹੀਂ ਵੀ ਕੋਈ ਕਵਰਡ ਟਰਾਲੀਜ਼ ਨੇ ਜਾਂ ਟਰੱਕ ਨੇ, ਸਾਡੇ ਕੋਲ ਸਿੰਪਲ ਟਰਾਲੀਆਂ ਨੇ ਜਾਂ ਰੇਹੜੀਆਂ ਨੇ ਜਿਨ੍ਹਾਂ 'ਤੇ ਅਸੀਂ ਫਸਲਾਂ ਲੈ ਕੇ ਜਾਣੀਆਂ ਨੇ। ਉਹਦੇ ਨਾਲ ਕੀ ਹੁੰਦਾ ਵੀ ਜਾਂਦੇ ਹੋ ਜੇ ਕਿਤੇ ਮੀਂਹ ਪੈ ਗਿਆ ਉਹਦੇ ਨਾਲ ਫਸਲ ਖਰਾਬ ਹੋ ਜੂ, ਜ਼ਿਆਦਾ ਹਨੇਰੀ ਹਵਾ ਚੱਲ ਰਹੀ ਆ ਉਹਦੇ ਨਾਲ ਫਸਲ ਖਰਾਬ ਹੋ ਜੂ। ਅਤੇ ਕਈ ਸਾਡੀਆਂ ਕੁਛ ਫਸਲਾਂ ਨੇ ਜਿਨ੍ਹਾਂ ਨੂੰ ਅਸੀਂ ਪੈਰੀਸ਼ੇਬਲ ਕੋਮੋਡਿਟੀਜ਼ ਕਹਿ ਦਿੰਦੇ ਹਾਂ, ਜਿਵੇਂ ਸ਼ੂਗਰ ਕੇਨ ਹੋ ਗਿਆ ਹੈ ਨਾ, ਜਾਂ ਟਮੈਟੋ ਆ, ਜਾਂ ਕੋਈ ਸਾਡੀਆਂ ਸਬਜ਼ੀਆਂ ਨੇ, ਜਦੋਂ ਉਹਨਾਂ ਨੂੰ ਆਪਾਂ ਦੂਰ ਤੱਕ ਲੈ ਕੇ ਜਾਂਦੇ ਹਾਂ ਤਾਂ ਉਹਨਾਂ ਦੀ ਜਿਹੜੀ ਗੁਣਵੱਤਾ ਹੈਗੀ, ਉਹਨਾਂ ਦੀ ਕੁਆਲਿਟੀ ਆ ਉਹ ਘਟਦੀ ਆ। ਜਿਵੇਂ ਆਪਾਂ ਜੇ ਸ਼ੂਗਰ ਕੇਨ ਦੀ ਗੱਲ ਕਰੀਏ, ਜਿੰਨਾ ਜ਼ਿਆਦਾ ਧੁੱਪ ਨੂੰ ਐਕਸਪੋਜ਼ ਹੁੰਦਾ ਉਹ ਕੱਟਿਆ ਹੋਇਆ ਗੰਨਾ, ਉਨਾ ਹੀ ਉਹਦਾ ਸੁਕਰੋਜ਼ ਕੰਟੈਂਟ ਆ ਜਿਹੜਾ ਮਿੱਠੇ ਦਾ ਕੰਟੈਂਟ ਘਟ ਜਾਂਦਾ, ਜਿਹਦੇ ਨਾਲ ਉਹਦੀ ਯੀਲਡ ਘਟ ਜਾਣੀ ਆ ਸ਼ੂਗਰ ਦੀ। ਠੀਕ ਹੈ, ਇਹ ਨੁਕਸਾਨ ਹੋ ਗਏ। ਪਲੱਸ ਮੰਡੀਆਂ ਦੇ ਵਿੱਚ ਸਾਡੇ ਕੋਲੇ ਜਦੋਂ ਮੰਡੀਆਂ 'ਚ ਚਲੇ ਜਾਂਦੇ ਹਾਂ ਉੱਥੇ ਵੀ ਇਨਫਰਾਸਟਰਕਚਰ ਬਹੁਤ ਵਧੀਆ ਨਹੀਂ ਹੈ। ਉੱਥੇ ਪਹਿਲੀ ਗੱਲ ਤਾਂ ਕਿਸਾਨਾਂ ਨੂੰ 10-10, 15-15 ਦਿਨ ਬੈਠਣਾ ਪੈਂਦਾ, ਪਲੱਸ ਉਦੋਂ ਬਾਅਦ ਉੱਥੇ ਵੀ ਧੁੱਪ ਨਾਲ, ਮੀਂਹ ਨਾਲ, ਹਵਾ ਨਾਲ, ਹਨੇਰੀ ਨਾਲ ਜਿਹੜੀ ਸਾਡੀ ਫਸਲ ਆ ਉਹ ਖਰਾਬ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਢਕਣ ਦਾ, ਕੋਈ ਕਵਰ ਕਰਨ ਦਾ ਕੋਈ ਬਹੁਤ ਵਧੀਆ ਪ੍ਰਬੰਧ ਉੱਥੇ ਨਹੀਂ ਹੈ। ਪਲੱਸ ਉੱਥੇ ਕਈ ਵਾਰੀ ਜਿਹੜੇ ਸਾਡੇ ਪਸ਼ੂ ਤੁਰੇ ਫਿਰਦੇ ਨੇ ਹੈ ਨਾ, ਉਹ ਵੀ ਫਸਲ ਨੂੰ ਬਹੁਤ, ਸਾਡੇ ਝਾੜ ਨੂੰ, ਸਾਡੇ ਅਨਾਜ ਨੂੰ ਖਰਾਬ ਕਰਦੇ ਨੇ, ਖਾ ਲੈਂਦੇ ਨੇ ਹੈ ਨਾ, ਕਈ ਵਾਰੀ ਰਾਤਾਂ ਨੂੰ ਆ ਜਾਂਦੇ ਨੇ ਜਾਂ ਜਿਵੇਂ ਵੀ ਆ, ਉਹਦਾ ਵੀ ਨੁਕਸਾਨ ਬਹੁਤ ਹੁੰਦਾ। ਅਤੇ ਇਹ ਤਾਂ ਸਾਡੇ ਕੋਲ ਹੋ ਗਏ ਸਾਡੇ ਨੈਸ਼ਨਲ ਲੈਵਲ ਦੇ ਜਿਹੜੇ ਮਾਰਕੀਟਿੰਗ ਸਾਡੇ ਕੋਲ ਇਸ਼ੂਜ਼ ਨੇ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਸਾਨੂੰ ਪਤਾ ਕਿ ਮੰਡੀ ਸਿਸਟਮ ਸਾਡਾ ਪੰਜਾਬ 'ਚ ਬਹੁਤ ਵਧੀਆ ਇਨਫਰਾਸਟਰਕਚਰ ਬਣਿਆ ਹੋਇਆ, ਬਟ ਸਾਡੇ ਪੰਜਾਬ ਦੇ ਵਿੱਚ ਇਸ਼ੂ ਕੀ ਆ? ਸਾਡੇ ਪੰਜਾਬ ਦੇ ਵਿੱਚ ਇਸ਼ੂ ਹੈ ਜਿਹੜੀਆਂ ਸਾਡੀਆਂ ਕਣਕ ਤੇ ਝੋਨੇ ਤੋਂ ਬਿਨਾਂ ਜਿਹੜੀਆਂ ਹੋਰ ਫਸਲਾਂ ਨੇ, ਉਹਨਾਂ ਦੀ ਜਿਹੜੀ ਮੰਡੀਕਰਨ ਆ ਨਾ, ਉਹਨਾਂ ਦੇ ਲਈ ਉਹਨਾਂ ਦੀ ਵਿਕਰੀ ਆ ਜਿਹੜੀ, ਉਹ ਸਹੀ ਤਰੀਕੇ ਨਾਲ ਨਹੀਂ ਹੋ ਰਹੀ। ਕਿਉਂ? ਕਿਉਂਕਿ ਉਹਨਾਂ ਨੂੰ ਵੇਚਣ ਦੇ ਲਈ ਸਾਨੂੰ ਸਾਡੇ ਜਿਹੜੇ ਯਾਰਡਸ ਨੇ ਉਹ ਕੁਛ ਲਿਮਟਿਡ ਨੇ। ਜਿਵੇਂ ਹੁਣ ਮੈਂ ਗੱਲ ਕਰਾਂਗੀ ਬਰਨਾਲੇ ਦਾ ਕੋਈ ਕਿਸਾਨ, ਬਰਨਾਲੇ ਜ਼ਿਲ੍ਹੇ ਦੇ ਕਿਸੇ ਪਿੰਡ ਦਾ ਕੋਈ ਕਿਸਾਨ ਕੋਈ ਮੂੰਗੀ ਜਾਂ ਮੂੰਗਫਲੀ ਦੀ ਖੇਤੀ ਕਰ ਰਿਹਾ ਜਾਂ ਆਲੂਆਂ ਦੀ ਖੇਤੀ ਕਰ ਰਿਹਾ, ਤਾਂ ਉਹਨੂੰ ਆਲੂ ਤਾਂ ਚਲੋ ਸਟੋਰਾਂ ਦੇ ਵਿੱਚ ਲਾ ਦਿੰਦੇ ਨੇ, ਸਟੋਰ ਬਣੇ ਨੇ ਅੱਜ ਕੱਲ੍ਹ, ਬਟ ਜਿਹੜੀ ਮੂੰਗੀ ਆ ਜਾਂ ਜਿਹੜੀਆਂ ਅਸੀਂ ਕਹਿ ਲਓ ਵੇਚਣੀਆਂ ਨੇ ਫਸਲਾਂ, ਜਾਂ ਮੂੰਗਫਲੀ ਆ ਜਾਂ ਮੱਕੀ ਆ, ਉਹਨਾਂ ਨੂੰ, ਜਾਂ ਬਾਸਮਤੀ ਰਾਈਸ ਨੇ ਸਾਡੇ, ਉਹਨਾਂ ਨੂੰ ਵੇਚਣ ਦੇ ਲਈ ਜਿਵੇਂ ਕਹਿ ਲਓ ਜਾਂ ਮੋਗਾ ਜਾਂ ਜਗਰਾਓਂ ਜਾਂ ਧੂਰੀ ਹੈ ਨਾ, ਇੱਦਾਂ ਦੇ ਕੁਛ ਏਰੀਆ ਨੇ ਜਿੱਥੇ ਉਹਨਾਂ ਨੂੰ ਜਾ ਕੇ ਵੇਚਣੇ ਪੈਂਦੇ ਨੇ, ਪਲੱਸ ਉੱਥੇ ਉਹਨਾਂ ਨੂੰ ਆਪਣੀ ਵਾਰੀ ਉਡੀਕਣੀ ਪੈਂਦੀ ਆ। ਇਸੇ ਤਰ੍ਹਾਂ ਬਾਕੀ ਜਿਹੜੇ ਇਲਾਕੇ ਨੇ, ਮਾਝਾ ਹੋ ਗਿਆ ਜਾਂ ਸਾਡਾ ਦੁਆਬਾ ਹੋ ਗਿਆ, ਉੱਥੇ ਵੀ ਇਹ ਬਹੁਤ ਵਧੀਆ ਕਹਿ ਲਓ ਵੀ ਦੂਜੀਆਂ ਸਾਡੀਆਂ ਜਿਹੜੀਆਂ ਫਸਲਾਂ ਨੇ ਕਣਕ ਤੇ ਝੋਨੇ ਤੋਂ ਬਿਨਾਂ, ਉਹਨਾਂ ਦੇ ਲਈ ਵਿਕਰੀ ਦੇ ਜਿਹੜੇ ਸਾਧਨ ਨੇ ਉਹ ਸਾਨੂੰ ਹੋਰ ਵਧੀਆ ਕਰਨ ਦੇ ਲੋੜ ਨੇ। ਉਹ ਸਾਡੇ ਕੋਲ ਹਲੇ ਜਿੰਨੀ ਜ਼ਰੂਰਤ ਆ ਉਨੇ ਹੈ ਨਹੀਂ ਗੇ। ਠੀਕ ਹੈ ਜੀ, ਇਹ ਸਾਡਾ ਪੰਜਾਬ ਦੇ ਮਾਰਕੀਟਿੰਗ ਰਿਫਾਰਮ ਦਾ ਇੱਕ ਵੱਡਾ ਇਸ਼ੂ ਆ।
ਮਾਰਕੀਟਿੰਗ ਦੇ ਰਿਲੇਟਡ ਜੋ ਇਸ਼ੂ ਹੈ, ਇਹ ਤੁਹਾਨੂੰ ਮੇਨਸ ਦੇ ਵਿੱਚ ਵੀ ਪੁੱਛਿਆ ਜਾ ਸਕਦਾ, ਪਲੱਸ ਸਾਨੂੰ ਇਹ ਇੰਟਰਵਿਊ ਦੇ ਵਿੱਚ ਵੀ ਪੁੱਛਿਆ ਜਾ ਸਕਦਾ, ਬਿਕੋਜ਼ ਪੰਜਾਬ ਇੱਕ ਐਗਰੀਰੀਅਨ ਸਟੇਟ ਆ ਤੇ ਸਾਡਾ ਜੋ ਐਗਰੀਕਲਚਰ ਉਹ ਵੀ ਕ੍ਰਾਈਸਿਸ ਫੇਸ ਕਰ ਰਿਹਾ, ਉਹਨੂੰ ਇੰਪਰੂਵ, ਉਹਦੇ 'ਚ ਕੀ ਸਾਨੂੰ ਰਿਫਾਰਮਸ ਕਰਨ ਦੀ ਲੋੜ ਆ, ਉਹਨਾਂ ਦੇ ਵਿੱਚੋਂ ਇੱਕ ਹੈ ਜੀ ਮਾਰਕੀਟਿੰਗ ਰਿਫਾਰਮ। ਮਾਰਕੀਟਿੰਗ ਰਿਫਾਰਮ ਕਾਹਦੇ ਲਈ? ਫॉर ਨॉन ਵੀਟ ਐਂਡ ਨॉन ਰਾਈਸ ਕ੍ਰੌਪਸ, ਜਿਹੜੀਆਂ ਇਹਨਾਂ ਤੋਂ ਬਿਨਾਂ ਕ੍ਰੌਪਸ ਨੇ ਉਹਨਾਂ ਦੀ ਮਾਰਕੀਟਿੰਗ ਨੂੰ ਵਧੀਆ ਕਰਨ ਦੇ ਲਈ ਸਾਨੂੰ ਹੋਰ ਜ਼ਿਆਦਾ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੀ ਲੋੜ ਆ। ਇੱਕ ਪੁਆਇੰਟ ਇਹਦੇ 'ਚ ਮੇਨ ਪੁਆਇੰਟ ਇਹ ਆ। ਤੇ ਜਿਹੜਾ ਇਹ ਦੂਸਰੇ ਪੁਆਇੰਟ ਦੀ ਗੱਲ ਕਰਦਾ ਜੀ, ਉਹ ਇਹ ਹੈ ਕਿ ਕਿਸਾਨਾਂ ਨੂੰ ਮਾਰਕੀਟਿੰਗ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ, ਸੋ ਦੈਟ ਕਿਸਾਨਾਂ ਨੂੰ ਪਤਾ ਹੋਵੇ ਵੀ ਕਿਹੜੀ ਫਸਲ ਨੂੰ ਕਿਸ ਤਰ੍ਹਾਂ ਕਿੱਥੇ ਵਧੀਆ ਮੁੱਲ ਤੇ ਵੇਚਿਆ ਜਾ ਸਕਦਾ। ਸੋ ਸਾਨੂੰ ਕਿਸਾਨਾਂ ਨੂੰ ਮਾਰਕੀਟਿੰਗ ਐਜੂਕੇਸ਼ਨ ਜਾਂ ਮਾਰਕੀਟਿੰਗ ਜਿਹੜੀ ਸਿੱਖਿਆ ਗਈ ਉਹ ਵੀ ਦੇਣ ਦੀ ਲੋੜ ਹੈ। ਇੱਕ ਰਿਫਾਰਮ ਦੀ ਇਹ ਗੱਲ ਕਰਦੇ ਆ ਜੀ ਇਹ। ਦੈਨ ਫੇਰ ਸਾਡੇ ਕੋਲ ਇਹ ਗੱਲ ਆਉਂਦੀ ਹੈ ਜੀ ਮੌਸਮ ਦੇ ਹਿਸਾਬ ਨਾਲ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਵੈਰੀ ਇੰਪੋਰਟੈਂਟ, ਜਿਹਨੂੰ ਅਸੀਂ ਇੰਗਲਿਸ਼ ਕਹਿ ਦਿੰਦੇ ਆ ਐਗਰੋ ਕਲਾਈਮੈਟਿਕ ਜ਼ੋਨਸ। ਠੀਕ ਹੈ ਜੀ, ਮਤਲਬ ਜੋ ਸਾਡੀਆਂ ਮੌਸਮ ਦੇ ਅਨੁਸਾਰ ਜੋ ਸਾਡਾ ਮੌਸਮ ਡਿਮਾਂਡ ਕਰਦਾ ਉਹਦੇ ਹਿਸਾਬ ਨਾਲ ਅਸੀਂ ਫਸਲ ਉਗਾਈਏ। ਕਿਉਂਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਝੋਨੇ ਦੀ ਗੱਲ ਕਰ ਲਈਏ, ਝੋਨਾ ਨਾ ਤਾਂ ਸਾਡੀ ਖੁਰਾਕ ਦਾ ਹਿੱਸਾ, ਨਾ ਹੀ ਸਾਡਾ ਜਿਹੜਾ ਇੱਥੋਂ ਦਾ ਮੌਸਮ ਆ, ਕਿਉਂਕਿ ਝੋਨੇ ਨੂੰ ਪਾਣੀ ਚਾਹੀਦਾ ਬਹੁਤ ਜ਼ਿਆਦਾ, ਨਾ ਤਾਂ ਸਾਡੇ ਮੀਂਹ ਬਹੁਤ ਜ਼ਿਆਦਾ ਪੈਂਦੇ ਨੇ, ਤੇ ਪਲੱਸ ਜਿਹਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਗਰਾਊਂਡ ਵਾਟਰ ਸਾਡਾ ਨੀਚੇ ਜਾ ਰਿਹਾ, ਉਹ ਹੋ ਗਿਆ। ਠੀਕ ਹੈ ਜੀ, ਉਹਦੇ ਕਰਕੇ ਸਾਡੇ ਲਈ ਸੂਟੇਬਲ ਇਹ ਜਾਂ ਫਿਰ ਦੂਜੀ ਗੱਲ ਇਹ ਆ ਵੀ ਅੱਜ ਦੀ ਜੋ ਸਾਡੀ ਸੋਇਲ ਆ, ਪੰਜਾਬ ਦੀ ਮਿੱਟੀ ਆ, ਉਹ ਝੋਨੇ ਦੇ ਲਈ ਜਿੰਨੀ ਉਪਜਾਊ ਚਾਹੀਦੀ ਹੈ, ਜਿੰਨੀ ਫਰਟੀਲਿਟੀ ਝੋਨੇ ਨੂੰ ਚਾਹੀਦੀ ਆ ਸੋਇਲ ਦੇ ਵਿੱਚ ਹੋਣੀ ਫਰਟੀਲਿਟੀ, ਉਨੀ ਫਰਟੀਲਿਟੀ ਸਾਡੀ ਸੋਇਲ ਦੇ ਵਿੱਚ ਨਹੀਂ ਹੈ, ਕਿਉਂਕਿ ਅਸੀਂ ਬਹੁਤ ਉਹਨੂੰ ਓਵਰ ਕੰਜ਼ਿਊਮ ਕਰ ਚੁੱਕੇ ਹਾਂ। ਠੀਕ ਹੈ ਜੀ, ਐਕਸਪਲੋਇਟ ਕਰ ਚੁੱਕੇ ਹਾਂ ਅਸੀਂ। ਸੋ ਸਾਡੇ ਅੱਜ ਦੇ ਜੋ ਐਗਰੋ ਕਲਾਈਮੈਟਿਕ ਕੰਡੀਸ਼ਨਸ ਨੇ ਉਹਨਾਂ ਦੇ ਅਕੋਰਡਿੰਗ ਝੋਨਾ ਪੰਜਾਬ ਦੀ ਫਸਲ ਨਹੀਂ ਹੈ। ਸਾਨੂੰ ਲੋੜ ਹੈ ਸਾਡੀਆਂ ਇੱਥੋਂ ਦੇ ਵਾਤਾਵਰਨ, ਇੱਥੋਂ ਦੇ ਮੌਸਮ ਦੇ ਅਨੁਸਾਰ ਫਸਲਾਂ ਬੀਜਣ ਦੀ। ਠੀਕ ਹੈ ਜੀ, ਇਹ ਇਹਨਾਂ ਨੇ ਰਿਫਾਰਮ ਦੀ ਗੱਲ ਕੀਤੀ ਆ। ਪਲੱਸ ਫੇਰ ਇਹਨਾਂ ਨੇ ਗੱਲ ਕੀਤੀ ਆ, ਜਿਵੇਂ ਜੇ ਆਪਾਂ ਗੱਲ ਕਰੀਏ ਮੌਸਮ ਦੇ ਹਿਸਾਬ ਨਾਲ ਵੀ, ਜਿਵੇਂ ਝੋਨੇ ਨੂੰ ਛੱਡ ਕੇ ਸਾਨੂੰ ਹੋਰ ਫਸਲਾਂ ਬੀਜਣੀਆਂ ਚਾਹੀਦੀਆਂ ਨੇ, ਤੇ ਉਹਨਾਂ ਦੀ ਖਰੀਦ ਵੀ ਸਰਕਾਰ ਨੂੰ ਤਸੱਲੀ ਬਖਸ਼ ਕਹਿ ਲਓ ਜਾਂ ਯਕੀਨੀ ਬਣਾਉਣੀ ਚਾਹੀਦੀ ਹੈ ਵੀ ਅਸੀਂ ਘੱਟੋ ਘੱਟ ਇੱਕ ਸਮਰਥਨ ਮੁੱਲ ਤੇ ਉਹਨਾਂ ਦੀ ਖਰੀਦ ਕਰਾਂਗੇ। ਬਟ ਉਸ ਚੀਜ਼ ਨੂੰ ਸਪੋਰਟ ਕਰਨ ਦੇ ਲਈ ਜੋ ਇਸ ਆਰਟੀਕਲ ਨੇ ਇੱਕ ਰਿਫਾਰਮ ਪ੍ਰੋਵਾਈਡ ਕੀਤਾ, ਉਹ ਇਹ ਹੈ ਕਾਰਪਸ ਫੰਡ। ਮਤਲਬ ਇੱਕ ਸਪੈਸ਼ਲ ਕਾਰਪਸ ਫੰਡ ਬਣਾਇਆ ਜਾਵੇ, ਜਿਹਦੇ ਨਾਲ ਕੀ ਹੋਊ ਵੀ ਜਿਹਦੇ 'ਚ ਜਿਹੜਾ ਪੈਸਾ ਹੋਊਗਾ ਉਹ ਅਸੀਂ ਕਦੋਂ ਯੂਜ਼ ਕਰਨਾ, ਜਦੋਂ ਕਿਸੇ ਫਸਲ ਦਾ ਜਿਹੜਾ ਮਾਰਕੀਟ ਰੇਟ ਆ ਉਹ ਗਵਰਨਮੈਂਟ ਦੇ ਡਿਸਾਈਡਡ MSP ਨਾਲੋਂ ਘਟ ਗਿਆ। ਮੰਨ ਲਓ ਮੂੰਗੀ ਦੀ ਫਸਲ ਆ, ਸਰਕਾਰ ਨੇ ਡਿਸਾਈਡ ਕੀਤਾ ਸੀ 6200 ਰੁਪਇਆ ਕੁਆਂਟਲ, ਪਰ ਕੀ ਹੋਇਆ, ਮੂੰਗੀ ਦਾ ਝਾੜ ਜ਼ਿਆਦਾ ਹੋ ਗਿਆ, ਮਾਰਕੀਟ ਦੇ ਵਿੱਚ ਮੂੰਗੀ ਜ਼ਿਆਦਾ ਹੋ ਗਈ, ਜਿਹਦੇ ਨਾਲ ਮਾਰਕੀਟ ਰੇਟ ਘਟ ਗਿਆ ਮੂੰਗੀ ਦਾ। ਜਿਹੜੇ ਵਪਾਰੀ ਨੇ ਉਹ 6200 ਦੀ ਥਾਂ ਤੇ 4000 ਰੁਪਇਆ ਖਰੀਦ ਰਹੇ ਨੇ ਹੁਣ। ਤੇ ਜਿਹੜਾ ਕਾਰਪਸ ਫੰਡ ਅਸੀਂ ਕ੍ਰੀਏਟ ਕੀਤਾ, ਉਹਦੇ ਵਿੱਚੋਂ ਸਰਕਾਰ ਪੈਸਾ ਵਰਤੂਗੀ, ਕਿਸਾਨਾਂ ਨੂੰ ਉਹਨਾਂ ਦੇ ਉਸ ਮੁੱਲ ਦੀ ਭਰਪਾਈ ਕਰਨ ਦੇ ਲਈ, ਜਿੰਨਾ ਮੁੱਲ MSP ਨਾਲੋਂ ਘੱਟ ਮਿਲ ਰਿਹਾ ਉਹਨਾਂ ਨੂੰ ਉਹਨਾਂ ਮੁੱਲ ਕਿਸਾਨਾਂ ਨੂੰ ਦੇਣ ਦੇ ਲਈ ਉਸ ਕਾਰਪਸ ਫੰਡ ਦੀ ਵਰਤੋਂ ਕਰ ਸਕਦੀ ਹੈ। ਠੀਕ ਹੈ ਜੀ, ਤੇ ਇਸ ਕਾਰਪਸ ਫੰਡ ਦੇ ਵਿੱਚ ਪੈਸਾ ਕਿੱਥੋਂ ਰੱਖ ਸਕਦੇ ਹਾਂ? ਇਸ ਕਾਰਪਸ ਫੰਡ ਦੇ ਵਿੱਚ ਪੈਸਾ ਰੱਖ ਸਕਦੇ ਹਾਂ ਜਿਹੜੀਆਂ ਅਸੀਂ ਕੁਝ ਸਬਸਿਡੀਜ਼ ਦੇ ਰਹੇ ਹਾਂ ਉਹਨਾਂ ਨੂੰ ਥੋੜ੍ਹਾ ਜਿਹਾ ਘੱਟ ਕਰੀਏ, ਜਾਂ ਫਿਰ ਕਹਿ ਲਓ ਵੀ ਜਦੋਂ ਸਰਕਾਰ ਨੇ ਕਿਸਾਨਾਂ ਤੋਂ MSP ਤੇ ਕੋਈ ਫਸਲ ਖਰੀਦੀ ਆ ਤੇ ਬਟ ਬਾਅਦ 'ਚੋਂ ਜਦੋਂ ਵੇਚੀ ਆ ਉਹਦਾ ਰੇਟ ਵੱਧ ਗਿਆ, ਜਾਂ ਜਿਵੇਂ ਕਹਿ ਲਈਏ ਕੋਈ ਵੀ ਫਸਲ ਆ, ਮੂੰਗੀ ਆ, ਮੂੰਗੀ ਸਰਕਾਰ ਨੇ 6200 ਰੁਪਏ ਦੇ ਖਰੀਦੀ ਸੀ ਤੇ ਪਰ ਮੂੰਗੀ ਇਸ ਸਾਲ ਘੱਟ ਹੋਈ ਆ, ਜਿਹਦੇ ਨਾਲ ਬਾਅਦ 'ਚੋਂ ਜਦੋਂ ਸਰਕਾਰ ਨੇ ਪ੍ਰਾਈਵੇਟ ਟਰੇਡਰਸ ਨੂੰ ਵੇਚੀ ਮੂੰਗੀ ਤਾਂ ਉਹਦਾ ਜਿਹੜਾ ਰੇਟ ਸੀ ਉਹ ਵੱਧ ਗਿਆ, ਕਿਉਂਕਿ ਮੂੰਗੀ ਘੱਟ ਸੀ, ਜਿੰਨੀ ਚਾਹੀਦੀ ਸੀ ਉਨੀ ਨਹੀਂ ਸੀ, ਤਾਂ ਉਹ ਜ਼ਿਆਦਾ ਰੇਟ ਤੇ ਵਿਕ ਗਈ। ਤਾਂ ਹੁਣ ਜਿਹੜਾ ਸਰਕਾਰ ਨੂੰ ਫਾਇਦਾ ਹੋਇਆ, ਮੰਨ ਲਓ 6200 ਰੁਪਈਆ MSP ਸੀ, 6200 ਤੇ ਖਰੀਦੀ ਸੀ ਤੇ ਸਰਕਾਰ ਨੇ ਵੇਚੀ ਆ ਹੁਣ 7000 ਰੁਪਏ ਤੇ, ਤਾਂ ਉਹ ਜਿਹੜਾ 800 ਰੁਪਈਆ ਹੈਗਾ ਉਸ 800 ਰੁਪਈਏ ਨੂੰ ਕਾਰਪਸ ਫੰਡ ਦੇ ਵਿੱਚ ਉਹ ਯੂਜ਼ ਕਰ ਸਕਦੇ ਨੇ। ਠੀਕ ਹੈ ਜੀ, ਇੱਕ ਰਿਫਾਰਮ ਇਹ ਹੋ ਗਿਆ। ਫਿਰ ਸਾਡੇ ਕੋਲ ਇੱਕ ਹੋਰ ਵੈਰੀ ਇੰਪੋਰਟੈਂਟ ਜੋ ਸਾਡੇ ਕੋਲ ਇਹਨਾਂ ਨੇ ਗੱਲ ਕੀਤੀ ਆ, ਉਹ ਹੈ ਮਾਰਕੀਟਿੰਗ ਇੰਟੈਲੀਜੈਂਸ। ਮਾਰਕੀਟਿੰਗ ਇੰਟੈਲੀਜੈਂਸ ਨੂੰ ਪਹਿਲ ਦੇਣ ਦੀ, ਜਿਹਦੇ ਲਈ ਸਾਨੂੰ ਮਾਰਕੀਟਿੰਗ ਇੰਟੈਲੀਜੈਂਸ ਰਿਸਰਚ ਇੰਸਟੀਚਿਊਟ ਬਣਾਏ ਜਾਣ। ਮਤਲਬ ਕਿ ਅਸੀਂ ਕਹਿ ਲਈਏ ਕਿ PAU ਲੁਧਿਆਣਾ ਵਿਖੇ ਅਸੀਂ ਪੰਜਾਬ ਦਾ ਇੱਕ ਮਾਰਕੀਟਿੰਗ ਰਿਸਰਚ ਇੰਸਟੀਚਿਊਟ ਬਣਾਈਏ, ਜਿਹਦੇ ਨਾਲ ਕੀ ਹੋਊਗਾ ਵੀ ਜਿਹੜਾ ਆਲ ਓਵਰ ਪੰਜਾਬ, ਆਲ ਓਵਰ ਇੰਡੀਆ ਜਾਂ ਇੰਟਰਨੈਸ਼ਨਲ ਮਾਰਕੀਟਸ ਦੇ ਵਿੱਚ ਵੀ
ਸਟੱਡੀ ਕਰੂਗਾ ਵੀ ਕਿਹੜੀਆਂ ਫਸਲਾਂ ਦੀ ਜ਼ਿਆਦਾ ਮਾਰਕੀਟਿੰਗ ਹੋਣ ਦੀ ਸੰਭਾਵਨਾ ਗੀ, ਕਿਹੜੀਆਂ ਫਸਲਾਂ ਦੀ ਜ਼ਿਆਦਾ ਡਿਮਾਂਡ ਹੋਣ ਦੀ ਸੰਭਾਵਨਾ ਗੀ, ਉਹ ਰਿਸਰਚ ਕਰਕੇ ਉਹਦੇ ਅਕੋਰਡਿੰਗ ਸਾਡੇ ਕਿਸਾਨਾਂ ਨੂੰ ਐਡੂਕੇਟ ਕਰੇ, ਉਹਨਾਂ ਨੂੰ ਉਹਨਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਵੇ, ਉਹਨਾਂ ਨੂੰ ਸਮਝਾਵੇ ਤੇ ਉਸ ਤਰੀਕੇ ਨਾਲ ਉਹਨਾਂ ਫਸਲਾਂ ਦੀ ਹੀ ਕਿਸਾਨ ਕਾਸ਼ਤ ਕਰਨ। ਠੀਕ ਹੈ ਜੀ, ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਊ, ਪਲੱਸ ਸਾਡੀ ਓਵਰਆਲ ਇਕਨੋਮੀ ਨੂੰ ਵੀ ਉਹਦਾ ਫਾਇਦਾ ਹੋਊ। ਸੋ ਇਹ ਕੁਝ ਨਵੇਂ ਪੁਆਇੰਟ ਸੀ ਜਿਹੜੇ ਅਸੀਂ ਸਾਡੇ ਆਨਸਰਸ ਦੇ ਵਿੱਚ ਐਡ ਕਰ ਸਕਦੇ ਹਾਂ। ਤੇ ਜੇ ਮੈਂ ਤੁਹਾਨੂੰ ਇਹਦਾ ਜਿਵੇਂ ਕਹਿ ਲਓ ਵੀ ਇੱਕ ਸਾਰੇ ਪੁਆਇੰਟਸ ਨੂੰ ਲਿਖ ਕੇ ਤੁਹਾਨੂੰ ਸਮਝਾਉਣਾ ਹੋਵੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਪਹਿਲਾ ਰਿਫਾਰਮ ਜਿਹੜਾ ਹੈ ਜੀ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਐਂਡ ਕੋਆਪਰੇਟਿਵ ਸੁਸਾਇਟੀਜ਼, ਜਿਹਦੇ 'ਚ ਅਸੀਂ ਕੋਆਪਰੇਟਿਵ ਸੁਸਾਇਟੀਜ਼ ਦੇ ਕੀ ਨੁਕਸਾਨ ਨੇ ਜਿਨ੍ਹਾਂ ਕਰਕੇ ਸਾਨੂੰ ਲੋੜ ਆ ਕੋਆਪਰੇਟਿਵ ਸੁਸਾਇਟੀਜ਼ ਨੂੰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਦੇ ਨਾਲ ਰਿਪਲੇਸ ਕਰਨ ਦੀ, ਉਹ ਦੱਸ ਸਕਦੇ ਹਾਂ। ਫਿਰ ਸਾਡੇ ਕੋਲ ਐਫਪੀਯੂਜ਼ ਦੇ ਕੀ ਫਾਇਦੇ ਹੋਣਗੇ ਉਹ ਦੱਸਾਂਗੇ। ਫਿਰ ਸਾਡੇ ਕੋਲ ਐਫਪੀਯੂਜ਼ ਦੇ ਵਿੱਚ ਵੀ ਕੀ ਕੀ ਰਿਫਾਰਮ ਸਾਨੂੰ ਕਰਨ ਦੀ ਲੋੜ ਆ ਉਹ ਦੱਸਾਂਗੇ ਕਿਹੜੇ ਨੇ ਜੀ। ਪਹਿਲਾ ਰਿਫਾਰਮ ਹੋ ਗਿਆ ਅਸੀਂ ਰਜਿਸਟ੍ਰੇਸ਼ਨ ਆ ਜਿਹੜਾ ਰਜਿਸਟ੍ਰੇਸ਼ਨ ਪ੍ਰੋਸੈਸ ਆ ਅੰਡਰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਉਹਨੂੰ ਅਸੀਂ ਸਿੰਪਲ ਕਰ ਦਈਏ, ਪਲੱਸ ਅਸੀਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨੂੰ ਫੂਡ ਪ੍ਰੋਸੈਸਿੰਗ ਦੇ ਕੈਪੇਬਲ ਕਰ ਦਈਏ। ਠੀਕ ਹੈ ਜੀ, ਇਹ ਦੋ ਰਿਫਾਰਮ ਹੋ ਗਏ। ਦੂਸਰਾ ਸਾਡੇ ਕੋਲ ਆਉਂਦਾ ਜੀ ਮਾਰਕੀਟਿੰਗ ਰਿਫਾਰਮਸ। ਮਾਰਕੀਟਿੰਗ ਰਿਫਾਰਮਸ ਦੇ ਵਿੱਚ ਸਾਨੂੰ ਕੀ ਲੋੜ ਆ, ਸਾਨੂੰ ਲੋੜ ਆ ਡੈਡੀਕੇਟਡ ਮਾਰਕੀਟਿੰਗ ਯਾਰਡਸ ਫॉर ਕ੍ਰੌਪਸ ਅਦਰ ਦੈਨ ਵੀਟ ਐਂਡ ਰਾਈਸ। ਪੰਜਾਬ ਦੀ ਜਦੋਂ ਗੱਲ ਕਰਦੇ ਹਾਂ ਵੀ ਕਣਕ ਤੇ ਝੋਨੇ ਤੋਂ ਬਿਨਾਂ ਫਸਲਾਂ ਵੇਚਣ ਦੇ ਲਈ ਸਾਨੂੰ ਡੈਡੀਕੇਟਡ ਮਾਰਕੀਟਿੰਗ ਯਾਰਡਸ ਚਾਹੀਦੇ ਨੇ। ਅਸੀਂ ਕਹਿ ਸਕਦੇ ਹਾਂ ਕਿ ਪਰ ਡਿਸਟ੍ਰਿਕਟ 2 ਮਾਰਕੀਟਿੰਗ ਯਾਰਡਸ ਹੋਣੇ ਚਾਹੀਦੇ ਨੇ ਦੂਸਰੀਆਂ ਕ੍ਰੌਪਸ ਨੂੰ ਖਰੀਦਣ ਦੇ ਲਈ, ਸੋ ਦੈਟ ਕਿਸਾਨਾਂ ਨੂੰ ਜ਼ਿਆਦਾ ਦੂਰ ਜਾ ਕੇ ਆਪਣੀਆਂ ਫਸਲਾਂ ਨਾ ਵੇਚਣੀਆਂ ਪੈਣ। ਠੀਕ ਹੈ ਜੀ, ਇਹ ਹੋ ਗਿਆ। ਫਿਰ ਅਸੀਂ ਮਾਰਕੀਟਿੰਗ ਦੇ ਵਿੱਚ ਹੋਰ ਰਿਫਾਰਮ ਹੈਗਾ ਮਾਰਕੀਟਿੰਗ ਇੰਟੈਲੀਜੈਂਸ ਰਿਸਰਚ ਇੰਸਟੀਚਿਊਟ। ਸਾਨੂੰ ਚਾਹੀਦਾ ਵੀ ਹਰ ਇੱਕ ਸਟੇਟ ਦੇ ਵਿੱਚ ਮਾਰਕੀਟਿੰਗ ਰਿਸਰਚ ਇੰਸਟੀਚਿਊਟਸ ਬਣਾਏ ਜਾਣ, ਸੋ ਦੈਟ ਅਸੀਂ ਫਾਰਮਰਸ ਨੂੰ ਉਹਨਾਂ ਕੰਡੀਸ਼ਨਸ ਉਹਨਾਂ ਰਿਕੁਆਇਰਮੈਂਟਸ ਦੇ ਅਕੋਰਡਿੰਗ ਜਾਂ ਮਾਰਕੀਟਿੰਗ ਜੋ ਪੋਟੈਂਸ਼ੀਅਲਸ ਨੇ ਉਹਨਾਂ ਦੇ ਅਕੋਰਡਿੰਗ ਅਸੀਂ ਕਿਸਾਨਾਂ ਨੂੰ ਟ੍ਰੇਨ ਕਰ ਸਕੀਏ ਉੱਦਾਂ ਦੀਆਂ ਕ੍ਰੌਪਸ ਕਲਟੀਵੇਟ ਕਰਨ ਦੇ ਲਈ। ਫਿਰ ਅਸੀਂ ਗੱਲ ਕਰ ਸਕਦੇ ਹਾਂ ਐਗਰੋ ਕਲਾਈਮੈਟਿਕ ਕੰਡੀਸ਼ਨਸ ਦੀ, ਵੀ ਸਾਡੀ ਜਿਹੜੀ ਖੇਤੀ ਆ ਉਹ ਐਗਰੋ ਕਲਾਈਮੈਟਿਕ ਕੰਡੀਸ਼ਨ ਸਾਡੇ ਮੌਸਮ ਦੇ ਅਨੁਸਾਰ ਹੋਣੀ ਚਾਹੀਦੀ ਹੈ। ਜੋ ਸਾਡਾ ਮੌਸਮ ਡਿਮਾਂਡ ਕਰਦਾ, ਜੋ ਸਾਡਾ ਮੌਸਮ ਜਿਹੜੀਆਂ ਫਸਲਾਂ ਲਈ ਸੂਟੇਬਲ ਆ ਉਹੀ ਫਸਲਾਂ ਦੀ ਕਾਸ਼ਤ ਕਰੀਏ, ਸੋ ਦੈਟ ਸਾਨੂੰ ਝਾੜ ਵੀ ਵਧੀਆ ਮਿਲੇ, ਸੋ ਦੈਟ ਸਾਡਾ ਜਿਹੜਾ ਕਾਸਟ ਆਫ ਪ੍ਰੋਡਕਸ਼ਨ ਆ ਉਹਨਾਂ ਨੂੰ ਪ੍ਰੋਡਿਊਸ ਕਰਨ ਦਾ ਜਿਹੜਾ ਸਾਡੇ ਕਾਸਟ ਆ ਉਹ ਵੀ ਘੱਟ ਲੱਗ ਸਕੇ। ਠੀਕ ਹੈ ਜੀ, ਕਿਉਂਕਿ ਜੇ ਵਾਤਾਵਰਨ ਦੇ ਹਿਸਾਬ ਨਾਲ ਅਸੀਂ ਖੇਤੀ ਕਰਾਂਗੇ ਤਾਂ ਸਾਡੇ ਇਨਪੁਟਸ ਵੀ ਘੱਟ ਯੂਜ਼ ਹੋਣਗੇ, ਪਲੱਸ ਸਾਨੂੰ ਝਾੜ ਵੀ ਜ਼ਿਆਦਾ ਮਿਲੂ, ਸੋ ਉਹਦੇ ਨਾਲ ਕਿਸਾਨਾਂ ਨੂੰ ਓਵਰਆਲ ਬੈਨੀਫਿਟ ਹੋਊਗਾ। ਪਲੱਸ ਇੱਕ ਸਾਡੇ ਕੋਲ ਰਹਿ ਗਿਆ ਜੀ ਕਾਰਪਸ ਫੰਡ। ਜਿਹੜਾ ਸਾਨੂੰ ਕ੍ਰੀਏਟ ਕਰਨਾ ਚਾਹੀਦਾ ਕਾਹਦੇ ਲਈ, ਜਿਹੜੀਆਂ ਸਾਡੀਆਂ ਨੌਨ ਵੀਟ ਤੇ ਨੌਨ ਰਾਈਸ, ਨੌਨ ਵੀਟ ਐਂਡ ਨੌਨ ਰਾਈਸ ਕ੍ਰੌਪਸ ਨੇ ਜਾਂ ਕ੍ਰੌਪਸ ਅਦਰ ਦੈਨ ਵੀਟ ਐਂਡ ਰਾਈਸ ਨੇ, ਜਿਹੜੀਆਂ ਉਹਨਾਂ ਕ੍ਰੌਪਸ ਦੇ ਲਈ ਉਹਨਾਂ ਕ੍ਰੌਪਸ ਨੂੰ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਣ ਦੇ ਲਈ, ਜਾਂ ਜੇ ਮਾਰਕੀਟ ਰੇਟ ਦੇ ਵਿੱਚ ਮਾਰਕੀਟ ਰੇਟ ਘੱਟੋ ਘੱਟ ਸਮਰਥਨ ਮੁੱਲ ਤੋਂ ਨੀਚੇ ਜਾ ਰਿਹਾ ਤਾਂ ਅਸੀਂ ਕਿਸਾਨਾਂ ਨੂੰ ਉਹਨਾਂ ਦੇ ਮੁੱਲ ਦੀ ਭਰਪਾਈ ਕਰ ਸਕੀਏ, ਉਹਦੇ ਲਈ ਇੱਕ ਡੈਡੀਕੇਟਡ ਕਾਰਪਸ ਫੰਡ ਵੀ ਸਾਨੂੰ ਐਸਟੈਬਲਿਸ਼ ਕਰਨਾ ਚਾਹੀਦਾ। ਸੋ ਇਹ 4-5 ਰਿਫਾਰਮਸ ਨੇ ਜਿਹੜੇ ਸਾਡੇ ਅੱਜ ਦੇ 2 ਆਰਟੀਕਲਸ ਤੋਂ ਨਿਕਲ ਕੇ ਆਏ ਨੇ, ਬਹੁਤ ਇੰਪੋਰਟੈਂਟ ਪੁਆਇੰਟ ਨੇ। ਇਹ ਪੁਆਇੰਟ ਜੇ ਅਸੀਂ ਸਾਡੇ ਆਨਸਰ ਦੇ ਵਿੱਚ ਐਡ ਕਰਾਂਗੇ ਤਾਂ ਸਾਨੂੰ ਜ਼ਰੂਰ ਇਹਨਾਂ ਦੇ ਨਾਲ ਵਧੀਆ ਮਾਰਕਸ ਇਹ ਫੈਚ ਕਰ ਸਕਦੇ ਨੇ, ਬਿਕੋਜ਼ ਕਿਉਂਕਿ ਜਦੋਂ ਅਸੀਂ ਕਹਿ ਲਓ ਰਿਫਾਰਮਸ ਦੀ ਗੱਲ ਕਰਦੇ ਹਾਂ ਨਾ, ਜਿਹੜਾ ਕੁਝ ਗਵਰਨਮੈਂਟ ਇੰਪਲੀਮੈਂਟ ਕਰ ਰਹੀ ਹੈ ਉਹ ਤਾਂ ਚਲੋ ਸਾਰਿਆਂ ਨੂੰ ਪਤਾ ਹੁੰਦਾ, ਬਟ ਸਾਨੂੰ ਲੋੜ ਹੁੰਦੀ ਹੈ ਵੀ ਅਸੀਂ ਉਹਦੇ 'ਚ ਕੁਝ ਨਵਾਂ ਆਪਣੇ ਵੱਲੋਂ ਸੁਝਾਅ ਦੇ ਸਕੀਏ। ਤਾਂ ਉਹਨਾਂ ਦੇ ਵਿੱਚ ਇਹ ਜਿਹੜੇ ਸੁਝਾਅ ਨੇ ਬਹੁਤ ਵਧੀਆ ਹੋਣਗੇ। ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਪਲੱਸ ਮਾਰਕੀਟਿੰਗ ਦੇ ਵਿੱਚ ਮਾਰਕੀਟਿੰਗ ਇੰਟੈਲੀਜੈਂਸ ਰਿਸਰਚ ਇੰਸਟੀਚਿਊਟ ਬਹੁਤ ਵਧੀਆ, ਇਹ ਇੱਕ ਯੂਨੀਕ ਪੁਆਇੰਟ ਹੋਊਗਾ, ਰੈਲੇਵੈਂਟ ਪੁਆਇੰਟ ਹੋਊਗਾ, ਸਾਡੇ ਲਈ ਵਧੀਆ ਨੰਬਰ ਲਿਆ ਸਕਦਾ ਇਹ। ਪਲੱਸ ਸਾਡੇ ਕੋਲ ਐਗਰੋ ਕਲਾਈਮੈਟਿਕ ਕੰਡੀਸ਼ਨ ਦੇ ਅਕੋਰਡਿੰਗ ਸਾਨੂੰ ਖੇਤੀਬਾੜੀ ਕਰਨੀ ਚਾਹੀਦੀ ਆ। ਸੋ ਇਹ ਪੁਆਇੰਟਸ ਨੇ ਜਿਹੜੇ, ਇਹ ਜਿਹੜੀ ਕਲਾਸ ਆ ਇਹ ਬਹੁਤ ਇੰਪੋਰਟੈਂਟ ਆ ਸਾਡੇ ਲਈ, ਚਾਹੇ ਤੁਸੀਂ UPSC ਦਾ ਪੇਪਰ ਦੇਣਾ, ਚਾਹੇ ਤੁਸੀਂ PCS ਪੇਪਰ ਦੇਣਾ। ਸੋ ਇਸ ਕਲਾਸ ਨੂੰ ਧਿਆਨ ਨਾਲ ਦੇਖ ਲਿਓ ਤੇ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਇਹਦੇ ਨੋਟਸ ਵੀ ਜ਼ਰੂਰ ਤਿਆਰ ਕਰ ਲਓ, ਕਿਉਂਕਿ ਜਿਹੜੇ ਆ 4-5 ਪੁਆਇੰਟਸ ਨੇ ਤੁਸੀਂ ਆਪਣੀ ਕਾਪੀ ਦੇ ਵਿੱਚ ਨੋਟ ਕਰ ਲਓ। ਜਿਹੜੇ ਬੱਚਿਆਂ ਨੇ ਆਨਸਰ ਲਿਖੇ ਨੇ ਉਹ ਜ਼ਰੂਰ ਆਪਣੇ ਆਨਸਰਸ ਦੇ ਨਾਲ ਇਹਨਾਂ ਨੂੰ ਐਡ ਕਰ ਲਓ, ਤੇ ਜਿਹੜੇ ਬੱਚਿਆਂ ਨੇ ਹਲੇ ਆਨਸਰ ਨਹੀਂ ਲਿਖਿਆ ਸਾਡੇ ਕੱਲ੍ਹ ਵਾਲੇ ਕੁਐਸਚਨ ਦਾ ਐਗਰੀਕਲਚਰਲ ਕ੍ਰਾਈਸਿਸ ਦਾ ਜੋ ਕੁਐਸਚਨ ਦਿੱਤਾ ਸੀ, ਉਹਨਾਂ ਨੂੰ ਮੈਂ ਫੇਰ ਕਹਿ ਰਿਹਾ ਵੀ ਤੁਸੀਂ ਵੀ ਜ਼ਰੂਰ ਆਨਸਰ ਲਿਖ ਕੇ ਭੇਜੋ, ਸੋ ਦੈਟ ਉਹਨੂੰ ਇਵੈਲੂਏਟ ਕਰਕੇ ਤੁਹਾਨੂੰ ਦੱਸ ਸਕੀਏ ਵੀ ਕੀ ਉਹਦੇ 'ਚ ਇੰਪਰੂਵਮੈਂਟਸ ਦੀ ਲੋੜ ਆ। ਪਲੱਸ ਹੁਣ ਤੁਹਾਡੇ ਕੋਲੇ ਕੁਝ ਨਵੇਂ ਪੁਆਇੰਟਸ ਵੀ ਮਿਲ ਗਏ ਜਿਨ੍ਹਾਂ ਨਾਲ ਅਸੀਂ ਐਗਰੀਕਲਚਰਲ ਕ੍ਰਾਈਸਿਸ ਨੂੰ ਸੋਲਵ ਕਰ ਸਕਦੇ ਹਾਂ। ਸੋ ਜ਼ਰੂਰ ਆਨਸਰ ਲਿਖ ਕੇ ਸਾਨੂੰ ਭੇਜੋ। ਤੇ ਇਹ ਸਾਡਾ ਅੱਜ ਦੀ ਕਲਾਸ ਦੇ ਬਾਰੇ ਸੀ। ਕੱਲ੍ਹ ਨੂੰ ਇੱਕ ਨਵੇਂ ਟੌਪਿਕ ਨਾਲ ਆਪਾਂ ਫੇਰ ਮਿਲਾਂਗੇ ਜੀ। ਸੋ ਥੈਂਕ ਯੂ ਵੈਰੀ ਮਚ।